ਰੇਡੀਓ ਇੰਡੀਆ KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪੰਜਾਬੀ ਆਵਾਜ਼ ਦੇ ਇਸ ਦੂਸਰੇ ਪੜਾਅ ਦੇ ਵਿੱਚ ਹਾਰਦਿਕ ਸਵਾਗਤ। ਮੇਰੇ ਯਾਨੀ ਬਲਦੇਵ ਸਿੰਘ ਭਾਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 9191 604 592 9191। ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੂਰੇਵਾਲ ਜੀ ਦਾ, ਫਿਰ ਪੜਾਅ ਦਰ ਪੜਾਅ ਅੱਗੇ ਵਧਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਪੜਾਅ ਦੇ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਸਰ। ਡਾਕਟਰ ਸਾਹਿਬ, ਅਸੀਂ ਸਭ ਤੋਂ ਪਹਿਲੀ ਖਬਰ ਵੱਲ ਵਧਦੇ ਹਾਂ। RCMP ਦਾ ਵੱਖ-ਵੱਖ ਪ੍ਰੋਵਿੰਸਿਸ ਤੇ ਕਾਉਂਸਲਾਂ ਦੇ ਨਾਲ ਜਿਹੜਾ ਕੰਟਰੈਕਟ ਹੈ 2032 ਦੇ ਵਿੱਚ ਖਤਮ ਹੋ ਰਿਹਾ ਜੀ ਕਹਿੰਦੇ। ਸਾਡੇ ਨਾਲ ਜਿਹੜਾ BC ਦੇ ਵਿੱਚ ਕੰਟਰੈਕਟ ਜੀ, ਇਹ 2012 ਦੇ ਵਿੱਚ ਚੁਆਇਸ ਮਿਲੀ ਸੀ ਸਾਡੇ ਪ੍ਰੀਮੀਅਰ ਨੂੰ ਜੀ। ਉਸ ਵੇਲੇ ਕ੍ਰਿਸਟੀ ਕਲਾਰਕ ਪ੍ਰੀਮੀਅਰ ਸੀ ਜੀ। ਉਹਨਾਂ ਨੇ RCMP ਦੇ ਹੱਕ ਦੇ, ਹਾਲਾਂਕਿ ਉਦੋਂ ਵੀ ਡਿਬੇਟ ਚੱਲਿਆ ਸੀ ਕਿ ਵੀ ਸਾਨੂੰ ਆਪਣੀ ਪੁਲਿਸ ਫੋਰਸ ਚਾਹੀਦੀ ਹੈ ਜਾਂ RCMP ਨੂੰ ਅਸੀਂ ਕਨਵੈਨਸ਼ਨਲ ਪੁਲਿਸ ਰੱਖਿਆ ਹੈ। ਤੇ ਬਹੁਤ ਬੰਦਿਆਂ ਨੇ ਕਿਹਾ ਸੀ ਵੀ ਇਹ ਤੇ ਸਾਨੂੰ BC ਨੂੰ ਸਾਡੀ ਪੁਲਿਸ ਫੋਰਸ ਕ੍ਰੀਏਟ ਕਰਨੀ ਚਾਹੀਦੀ ਹੈ, ਪਰ ਖੈਰ ਉਹਨਾਂ ਨੇ ਕਿਸੇ ਦੀ ਸੁਣੀ ਨਹੀਂ। ਇਸ ਦੂਜੇ ਧਿਰ ਦੀ RCMP ਨੂੰ ਹੀ ਇੱਕ 20 ਸਾਲ ਦਾ ਹੋਰ ਕੰਟਰੈਕਟ ਦੇਤਾ 2032 ਤਾਈਂ ਜੀ। ਤਾਂ ਹੁਣ ਉਹਨਾਂ ਦੇ ਹਸਬੈਂਡ ਇੱਥੇ ਜਦੋਂ ਸਾਡੀ ਸਰੀ ਦੀ ਮੇਅਰ ਨੇ RCMP ਤੇ ਲੌਬੀ ਕਰਨੀ ਸ਼ੁਰੂ ਕੀਤੀ ਵਿਕਟੋਰੀਆ ਦੇ ਵਿੱਚ, ਤੇ ਕ੍ਰਿਸਟੀ ਕਲਾਰਕ ਦੇ ਉਸੇ ਪ੍ਰੀਮੀਅਰ ਦੇ ਹਸਬੈਂਡ ਜਿਹੜੇ ਪੁਰਾਣੇ ਹੁੰਦੇ ਸੀ ਉਹ ਇਹਨਾਂ ਦੇ ਹਾਇਰ ਕੀਤੇ ਸੀ ਬੰਦੇ ਵੀ ਤੁਸੀਂ ਲੌਬੀ ਕਰਨਾ RCMP ਲਈ। ਉਹ ਲੌਬੀ ਕਰਨ ਆਇਆ ਸੀ, ਵੈਨਕੂਵਰ ਰਹਿੰਦਾ ਬੰਦਾ ਜੀ, ਤੇ ਇੱਥੇ ਆ ਕੇ ਪੈਸੇ ਖਾ ਕੇ ਨੱਠ ਗਿਆ। ਹਾਂ, RCMP ਕਿੱਧਰ ਗਈ ਹੈ ਹੁਣ? ਉਹ ਸਾਰੀ ਲੌਬੀ ਦੇ ਪੈਸੇ ਖਾਣ ਦੀ ਗੱਲ ਸੀ ਸਿੱਧੇ ਤੌਰ ਤੇ ਜੀ। ਇੱਕ ਕੰਟਰੈਕਟ ਦਿੱਤਾ ਸੀ ਜੀ। ਤੇ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ 2018 ਚ ਸ਼ਾਇਦ ਹੋਇਆ ਸੀ ਇਹ ਜੀ। ਲੋਇਡ ਜਾਰਜ ਨਾਂ ਦਾ ਇੱਕ ਕਾਲਾ ਸੀ ਜਿਹਦੀ ਧੌਣ ਤੇ ਲੱਤ ਰੱਖ ਕੇ ਅਮਰੀਕਾ ਚ ਹੋਇਆ ਸੀ। ਅਮਰੀਕਾ ਦੇ ਵਿੱਚ ਕਾਲੇ ਨੂੰ ਉਹਨੂੰ ਮਾਰ ਦਿੱਤਾ ਸੀ ਪੁਲਿਸ ਵਾਲਿਆਂ ਨੇ। ਤੇ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਮੂਵਮੈਂਟ ਚੱਲੀ ਨਾਰਥ ਅਮਰੀਕਾ ਦੇ ਵਿੱਚ, ਹਰ ਸਿਟੀਜ਼ ਦੇ ਵਿੱਚ ਡੀਫੰਡ ਦੀ ਪੁਲਿਸ, ਬਲੈਕ ਲਾਈਵਜ਼ ਮੈਟਰ ਵਾਲਿਆਂ ਨੇ ਜ਼ਿਆਦਾ ਚੱਕਿਆ ਉਹ ਕੰਮ ਜੀ ਜੀ। ਤੇ ਉਸ ਸੰਦਰਭ ਦੇ ਵਿੱਚ BC ਦੇ ਵਿੱਚ ਵੀ ਇੱਕ ਲਹਿਰ ਚੱਲੀ ਜੀ ਕਿ ਪੁਲਿਸ ਸਰਵਿਸਿਜ਼ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ, ਕਿਹੜੀਆਂ ਜ਼ਿਆਦਤੀਆਂ ਕਰਦੀਆਂ, ਕਿੱਦਾਂ ਕਾਬੂ ਕਰਨੀਆਂ। ਤੇ ਉਦੋਂ ਫਿਰ ਜਿੱਦਾਂ ਕਰਦੇ ਹੁੰਦੇ ਆ ਪੁਲਿਸ, ਆਪਣੇ ਸਾਡੀ ਗਵਰਨਮੈਂਟ ਨੇ ਉਹੀ ਕੀਤਾ ਕਿ ਤੁਸੀਂ ਇੱਕਦਮ ਕਮੇਟੀ ਬਣਾ ਦਿਓ ਜੀ। ਕਮੇਟੀ ਬਣਾ ਦਿਓ ਤਾਂ ਉਹ ਗੱਲ ਫਿਰ ਠੰਡੇ ਵਾਸਤੇ ਦੇ ਵਿੱਚ ਪੈ ਜਾਂਦੀ ਹੈ। ਤੇ ਉਸ ਕਮੇਟੀ ਨੇ ਉਦੋਂ ਬਾਅਦ 2022 ਦੇ ਵਿੱਚ ਰਿਪੋਰਟ ਵੀ ਦਿੱਤੀ, ਪਿਛਲੇ ਸਾਲ ਦੇ ਕੋਈ ਫਰਵਰੀ ਦੇ ਮਹੀਨੇ ਚ ਆ ਗਈ। ਹੁਣ 1.5 ਸਾਲ ਹੋ ਗਿਆ ਆਲਮੋਸਟ ਰਿਪੋਰਟ ਨੂੰ। ਤੇ ਉਹ ਉੱਥੇ ਧੂੜ ਪੈ ਰਹੀ ਆ, ਉੱਤੇ ਉਹਨੂੰ ਚੱਕਿਆ ਨਹੀਂ ਕਿਸੇ ਨੇ ਜੀ। ਹੁਣ ਕਹਿੰਦੇ ਆ ਕਿ ਉਹਨਾਂ ਦੀ ਕ੍ਰਿਟਿਸਿਜ਼ਮ, ਆਲੋਚਨਾ ਇੰਨੀ ਹੋ ਰਹੀ ਆਲੇ ਦੁਆਲਿਓਂ ਵੀ ਜਿਹੜੀ ਤੁਸੀਂ ਰਿਪੋਰਟ ਪੈਦਾ ਕੀਤੀ ਸੀ ਉਹਦੇ ਵਿੱਚ ਰਿਕਮੈਂਡ ਕੀਤਾ ਸੀ ਵੀ BC ਦੇ ਕੋਲ ਆਪਣੀ ਪੁਲਿਸ ਫੋਰਸ ਹੋਣੀ ਚਾਹੀਦੀ ਹੈ। ਬਿਲਕੁਲ। ਤਾਂ ਮਿਊਨਿਸਪੈਲਿਟੀਜ਼ ਨੂੰ ਇੱਕ ਚੁਆਇਸ ਦਿੱਤੀ ਸੀ ਕਿ ਜਿਹੜੀਆਂ ਮਿਊਨਿਸਪੈਲਿਟੀਜ਼ ਨੇ ਆਪਣੀ ਪੁਲਿਸ ਫੋਰਸ ਰੱਖਣੀ ਉਹਨਾਂ ਦੀ ਜੀ ਸਦਕਾ ਰੱਖਣ, ਪਰ ਜਿਨ੍ਹਾਂ ਦੇ ਕੋਲ ਹੈ ਨਹੀਂ, ਜਾਂ ਤਾਂ ਉਹ ਪੁਲਿਸ BC ਪੁਲਿਸ ਫੋਰਸ ਦੇ ਨਾਲ ਕੰਟਰੈਕਟ ਕਰ ਲੈਣ ਜਿੱਦਾਂ ਹੁਣ RCMP ਨਾਲ ਕੀਤਾ ਹੈ ਜੀ, ਤੇ ਜਾਂ ਇੱਕ ਕੋਈ ਇਕੱਠੇ ਹੋ ਕੇ ਰੀਜਨਲ ਪੁਲਿਸ ਫੋਰਸ ਬਣਾ ਲੈਣ, ਜਿੱਦਾਂ ਵੈਨਕੂਵਰ ਵਾਲੇ, ਬਰਨਵੀ ਵਾਲੇ, ਰਿਚਮੰਡ ਵਾਲੇ, ਸਰੀ ਵਾਲੇ, ਡੈਲਟਾ ਵਾਲੇ ਇਕੱਠੇ ਹੋ ਕੇ ਬਣਾ ਲੈਣੇ। ਤੇ ਇਹ ਦੋ ਚੁਆਇਸਾਂ ਦਿੱਤੀਆਂ ਸੀ। ਉਹ ਹੁਣ ਆਲੋਚਨਾ ਹੋਣ ਤੋਂ ਬਾਅਦ ਖਬਰਾਂ ਹੀ ਸੁਣੀਆਂ, ਜੇ ਤਾਂ ਗੱਲ ਕਰਦੇ ਆ ਵਿਕਟੋਰੀਆ ਦੇ ਵਿੱਚ ਵੀ ਸ਼ਾਇਦ ਫਾਲ ਦੇ ਵਿੱਚ ਸੈਸ਼ਨ ਜਦੋਂ ਸ਼ੁਰੂ ਹੋਣਾ ਲੈਜਿਸਲੇਟਿਵ ਅਸੈਂਬਲੀ ਦਾ, ਤਾਂ ਉਦੋਂ ਬਿੱਲ ਲੈ ਕੇ ਆਉਣ। ਤੇ ਲੱਗਦਾ ਹੈ ਕਿ RCMP ਦੇ ਵਿੱਚੋਂ ਉਹਨੂੰ ਖਤਮ ਕਰਕੇ ਹੁਣ ਨਵਾਂ RCMP ਦਾ ਕਦੇ ਕੰਟਰੈਕਟ ਤਾਂ ਹੋਣਾ ਨਹੀਂ, ਕਿਉਂਕਿ ਸਭ ਤੋਂ ਵੱਡੀ ਫੋਰਸ ਸੀਗੀ ਉਹ ਸਰੀ ਦੇ ਵਿੱਚ ਇੱਥੋਂ ਜਾਂਦੇ ਲੱਗੇ ਆ ਜੀ। ਤੇ ਬਾਕੀ ਜਗ੍ਹਾ ਤੇ ਵੀ ਇਹੀ ਹਾਲਾਤ ਆ ਉਹਨਾਂ ਦੇ ਵੀ
ਆਰਸੀਐਮਪੀ ਜਿਹੜੀ ਹੁਣ ਹਿਸਟਰੀ ਬਣ ਚੁੱਕੀ ਆ ਜੀ ਦੂਜੇ ਸੂਬਿਆਂ ਦੇ ਵਿੱਚ ਵੀ ਇਹ ਕੁਝ ਚੱਲ ਰਿਹਾ ਜੀ ਤੇ ਹੁਣ BC ਪੁਲਿਸ ਫੋਰਸ ਕ੍ਰੀਏਟ ਕੀਤੀ ਜਾਵੇ। ਵੱਡਾ ਸਵਾਲ ਹੁਣ ਇਹ ਆਉਂਦਾ ਆ ਵੀ ਜਿਹੜਾ ਇਹਨਾਂ ਦੇ ਨਾਲ ਕੰਟਰੈਕਟ ਕੀਤਾ ਉਹ 2032 ਤੇ ਕੀਤਾ ਆਰਸੀਐਮਪੀ ਦੇ ਨਾਲ। ਜੀ ਜੀ ਕੀ ਤੁਸੀਂ ਫੈਡਰਲ ਸਰਕਾਰ ਨੂੰ ਅਪੀਲ ਕਰ ਸਕਦੇ ਵੀ ਇਹਨੂੰ ਕੰਟਰੈਕਟ ਨੂੰ ਤੋੜ ਦਿਓ ਪਰ ਇਹਦੇ ਪੈਸੇ ਨਾ ਪੈਣ ਸਾਨੂੰ, ਕਿਉਂਕਿ ਨਾਰਮਲੀ ਜਦੋਂ ਤੁਸੀਂ ਕੰਟਰੈਕਟ ਨੂੰ ਤੋੜਦੇ ਆ ਬਿਲਕੁਲ ਫਿਰ ਤੁਹਾਨੂੰ ਉਹ ਪੁੱਛਦੇ ਆ ਵੀ ਸਾਡੇ ਇੰਨੇ ਸਾਲਾਂ ਦੇ ਪੈਸੇ ਦਿਓ ਜਿਹੜਾ ਤੁਸੀਂ ਕੰਟਰੈਕਟ ਕੀਤਾ ਸੀ। ਜੇ ਤਾਂ ਉਹ ਮੰਨਦੇ ਆ ਤਾਂ ਫਿਰ ਤੁਸੀਂ ਆਪਣੀ BC ਪੁਲਿਸ ਫੋਰਸ ਲਿਆ ਸਕਦੇ ਆ, ਨਹੀਂ ਤਾਂ BC ਪੁਲਿਸ ਫੋਰਸ 2033 ਤਾਂ ਹੀ ਨਹੀਂ ਆ ਸਕਦੀ ਜੀ। 32 ਨੂੰ ਇਹਦਾ ਐਕਸਪਾਇਰ ਹੋਣਾ ਹੈ ਤਾਂ ਉਦੋਂ ਸਾਲ ਬਾਅਦ ਫਿਰ ਐਕਸ਼ਨ ਦੇ ਵਿੱਚ ਆ ਜਾਣਗੇ ਜੀ। ਤੇ ਇਹ ਚੱਲ ਇਸ ਵੇਲੇ ਇਹ ਗੱਲਬਾਤ ਚੱਲ ਰਹੀ ਹੈ ਜੀ ਪਰ ਆਰਸੀਐਮਪੀ ਅਜੇ ਵੀ ਬਹੁਤ ਸ਼ਹਿਰਾਂ ਦੇ ਵਿੱਚ ਪੁਲਿਸਿੰਗ ਕਰ ਰਹੀ ਹੈ BC ਦੇ ਵਿੱਚ। ਜੀ ਮੈਜੋਰਿਟੀ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਜਿਹੜੀ ਆਰਸੀਐਮਪੀ ਪੁਲਿਸਿੰਗ ਹੀ ਆ ਜੀ ਤੇ ਉਹਨਾਂ ਨੇ ਵੀ ਐਂਡ ਹੀ ਹੋਣਾ, ਉਹਨਾਂ ਨੂੰ ਵੀ ਇਹੀ ਚੁਆਇਸ ਹੋਊਗੀ ਵੀ ਤੁਸੀਂ BC ਦੀ ਪੁਲਿਸ ਫੋਰਸ ਚ ਆਉਣਾ ਹੈ ਜਾਂ ਰੀਜਨਲ ਪੁਲਿਸ ਫੋਰਸ ਕੋਈ ਜੁਆਇਨ ਕਰਨੀ ਹੈ। ਜੀ ਕਈ ਇੱਕ ਦੂਜੇ ਨਾਲ ਵੀ ਕਰਦੇ। ਵਿਕਟੋਰੀਆ ਤਾਂ ਸਕੁਆਇਰ ਮਾਲਟ ਵਾਲਿਆਂ ਨਾਲ ਇੱਕ ਠੇਕਾ ਆ, ਹੈਗੀ ਤਾਂ ਵਿਕਟੋਰੀਆ ਦੀ ਪੁਲਿਸ ਆ ਜੀ। ਸਕੁਆਇਰ ਮਾਲਟ ਨਾਲ ਹੀ ਇੱਕ ਛੋਟਾ ਜਿਹਾ ਸ਼ਹਿਰ ਆ ਜੀ ਜਿੱਥੇ ਸਾਡਾ ਪੈਸੀਫਿਕ ਕਮਾਂਡ ਆ ਨੇਵੀ ਦੀ ਜੀ ਤੇ ਉਹਨਾਂ ਨੇ ਆਪਣਾ ਕੰਟੈਕਟ ਵਿਕਟੋਰੀਆ ਪੁਲਿਸ ਨੂੰ ਦਿੱਤਾ ਸੀ। ਪਰ ਹੁਣ ਉਹ ਕਹਿੰਦੇ ਆ ਕਿ ਵਿਕਟੋਰੀਆ ਪੁਲਿਸ ਵਾਲੇ ਪੈਸੇ ਵੀ ਜ਼ਿਆਦਾ ਚਾਰਜ ਕਰਦੇ, ਪੁਲਿਸਿੰਗ ਸਾਡੀ ਕਰਦੇ ਨਹੀਂ, ਅਸੀਂ ਆਪਣੀ ਪੁਲਿਸ ਫੋਰਸ ਬਣਾ ਲੈਣੀ। ਸਾਰਿਆਂ ਨੂੰ ਫਿਰ ਪਤਾ ਲੱਗਦਾ ਨਾ ਵੀ ਸਾਡਾ ਪਹਿਲੀ ਤਾਂ ਗੱਲ ਹੈ ਕੰਟਰੋਲ ਹੈ ਨਹੀਂ ਇਹਨਾਂ ਤੇ। ਜੀ ਬਿਲਕੁਲ। ਜਦੋਂ ਪੁਲਿਸ ਫੋਰਸ ਤੁਹਾਡੇ ਕੰਟਰੋਲ ਦੇ ਥੱਲੇ ਨਾ ਹੋਵੇ ਉਸ ਵੇਲੇ ਕੌਂਸਲ ਨੂੰ ਲੱਗਣਾ ਪੈਂਦਾ ਵੀ ਸਾਡੀ ਤਾਂ ਪਾਵਰ ਹੀ ਹੈ ਨਹੀਂ, ਅਸੀਂ ਇਹਨਾਂ ਨੂੰ ਕੁਝ ਕਹਿ ਨਹੀਂ ਸਕਦੇ। ਬਿਲਕੁਲ। ਵਿਕਟੋਰੀਆ ਵਾਲਿਆਂ ਦੇ ਤਾਂ ਕੋਲ ਪਾਵਰ ਹੈਗੀ ਹੈ, ਉਹ ਤਾਂ ਪੁੱਛ ਲੈਂਦੇ ਆ ਉਹਨਾਂ ਨੂੰ ਜੀ, ਪਰ ਸਕੁਆਇਰ ਮਾਲਟ ਵਾਲੇ ਤਾਂ ਪੈਸੇ ਦੇ ਕੇ ਚਲ ਜਾਂਦੇ ਆ। ਬਿਲਕੁਲ ਜੀ। ਸੋ ਡਾਕਟਰ ਸਾਹਿਬ ਜਿਹੜੀ ਸਥਾਨਕ ਜਿਹੜੀਆਂ ਇਸ ਤਰ੍ਹਾਂ ਪੁਲਿਸ ਫੋਰਸਸ ਬਣ ਰਹੀਆਂ ਨੇ ਇਹਨਾਂ ਦੇ ਨਾਲ ਸਮੱਸਿਆਵਾਂ ਨਹੀਂ ਆਉਂਦੀਆਂ ਜੀ? ਜਦੋਂ ਬੰਦਾ ਲੋਕਲ ਹੋਊਗਾ ਤਾਂ ਉਹਦੇ ਕੰਮ ਕਰਨ ਦਾ ਢੰਗ ਵੀ ਹੋਰ ਹੋਊਗਾ। ਜਿਹਦਾ BC ਦੇ ਵਿੱਚ ਇਹੀ ਸੋਚਦੇ ਆ ਵੀ ਜਿਹੜਾ BC ਦੀ ਪੁਲਿਸ ਫੋਰਸ ਹੋਣੀ ਆ ਉਹ BC ਦੇ ਲੋਕੀ ਹੋਣਗੇ ਜੀ, ਇੱਥੇ ਦੇ ਜੰਮੇ ਪੜੇ ਇੱਥੇ ਰਹਿਣ ਵਾਲੇ ਆ ਜਿਨ੍ਹਾਂ ਨੇ ਇੱਥੇ ਰਹਿਣਾ ਆ। RCMP ਦੇ ਵਿੱਚੋਂ ਸਾਰੇ ਕੈਨੇਡਾ ਦੇ ਵਿੱਚੋਂ ਬੰਦੇ ਆਉਂਦੇ ਆ। ਉਹ ਜਦੋਂ ਬਹੁਤੇ ਬੰਦਿਆਂ ਨੂੰ ਤੁਸੀਂ ਟ੍ਰੇਨ ਕਰਕੇ ਇਹ ਵੀ ਉਹਨਾਂ ਦਾ ਪੈਰਾਮਿਲਟਰੀ ਫੋਰਸ ਹੋਣ ਕਰਕੇ ਇੱਕ HR ਦੀ ਨੀਤੀ ਆ ਕਿ ਕਿਸੇ ਬੰਦੇ ਨੂੰ ਕਿਊਬੈਕ ਦੇ ਨੂੰ ਪਹਿਲਾਂ ਇੱਥੇ ਭੇਜ ਦੇਣਗੇ BC ਦੇ ਵਿੱਚ, ਫਿਰ ਪਹਿਲਾਂ 3 ਜਾਂ 4 ਸਾਲ ਉੱਥੇ ਲਾ ਕੇ ਆ। ਅੱਛਾ, ਉਹ ਬੰਦਾ ਹੁਣ ਸਟ੍ਰੇਂਜਰ ਫੀਲ ਕਰਦਾ ਹੈ ਕਿ ਨਵੀਂ ਜਗ੍ਹਾ ਤੇ ਆ ਕੇ। ਸਰੀ ਪੁਲਿਸ ਦੇ ਵਿੱਚ ਇੱਥੇ ਬਹੁਤ ਹੁੰਦੇ ਸੀ ਜਿਹੜੇ ਕਿਊਬੈਕ ਤੋਂ ਆ, ਕੋਈ ਇੰਟੀਰੀਓ ਤੋਂ, ਕੋਈ ਨੋਵਾ ਸਕੋਸ਼ੀਆ ਤੋਂ ਜੀ, ਤੇ ਉਹ ਇੱਥੇ ਬੈਠੇ ਇਹ ਉਡੀਕਦੇ ਹੁੰਦੇ ਸੀ ਵੀ ਅਸੀਂ ਸਾਡੀ ਜਿਹੜੀ ਐਕਚੁਅਲ ਪੋਸਟਿੰਗ ਆ ਸਾਡੀ ਪ੍ਰੋਵਿੰਸ ਦੇ ਵਿੱਚ ਹੋ ਜਾਊਗੀ। ਬਿਲਕੁਲ। ਤੇ ਉਹਨਾਂ ਚਿਰ ਉਹ ਮੱਖੀਆਂ ਮਾਰਦੇ ਆ, ਉੱਠਦੇ ਬੁੱਲ ਨੂੰ ਵੇਖੀ ਜਾਂਦੇ, ਦੇਖਦੇ ਆ ਵੀ ਉਹਨਾਂ ਦਾ। ਦੂਸਰੀ ਗੱਲ ਹੈ ਜਿਹੜਾ ਪੁਲਿਸ ਵਾਲੀ ਸਿਟੀ ਦੇ ਵਿੱਚ ਜੀ ਬੱਚਾ ਜੰਮਿਆ ਪੜਿਆ ਨਾ, ਉਹ ਜਿਸ ਸਕੂਲ ਦੇ ਵਿੱਚ ਜਾਂਦਾ ਆ ਸਕੂਲਾਂ ਵਾਲੇ ਬੱਚਿਆਂ ਨੂੰ ਵੀ ਪਤਾ ਹੁੰਦਾ ਦੂਸਰੇ ਸਕੂਲਾਂ ਦੇ ਵਿੱਚ ਬੱਚੇ ਕੀ ਕਰਦੇ ਆ। ਇਹਨਾਂ ਦੀ ਜਾਣਕਾਰੀ ਕਾਫੀ ਹੁੰਦੀ ਹੈ। ਬਿਲਕੁਲ। ਵੀ ਫਲਾਣੇ ਸਕੂਲ ਦੇ ਵਿੱਚ ਕੌਣ ਕਰਦਾ, ਫਲਾਣੇ ਸਕੂਲ ਦੇ ਵਿੱਚ ਕੌਣ ਗੁੰਡਾ ਆ। ਤੇ ਜਦੋਂ ਉਹ ਪੁਲਿਸਮੈਨ ਬਣਦਾ ਆ ਸਿਟੀ ਦਾ ਜੀ ਤਾਂ ਉਹਨੂੰ ਪਤਾ ਹੁੰਦਾ ਬਹੁਤਿਆਂ ਚੀਜ਼ਾਂ ਦਾ ਜੀ। ਤਾਂ ਦੂਸਰੀ ਗੱਲ ਹੈ ਉਹ ਜੰਮਿਆ ਪੜਿਆ ਉੱਥੇ ਦਾ ਆ, ਉਹਨੂੰ ਪਤਾ ਹੈ ਕਿਹੜੇ ਇਲਾਕੇ ਦੇ ਵਿੱਚ ਕੀ ਹੋਣ ਵਾਲਾ। ਉਹ ਕੋਈ ਸਟ੍ਰੇਂਜਰ ਬੰਦਾ ਨਹੀਂ ਆ, ਉਹਨੂੰ ਫਿਰ ਉਹਨੇ ਰਹਿਣਾ ਇੱਥੇ ਆ। ਜੇ ਉਹਨੂੰ ਜੌਬ ਮਿਲ ਜਾਂਦੀ ਆ, ਇਹ ਇਨਸਾਨੀ ਸ਼ਾਇਦ ਫਿਤਰਤ ਆ। ਜੇ ਸਾਨੂੰ ਵੀ ਕਿਤੇ ਉੱਥੇ ਪੰਜਾਬ ਚੰਗਾ ਹੁੰਦਾ ਤੇ ਅਸੀਂ ਵੀ ਉੱਥੇ ਬੈਠੇ ਹੋਣਾ ਸੀ। ਬਿਲਕੁਲ। ਅਸੀਂ ਇੱਥੇ ਰੋਲਦੇ ਫਿਰਦੇ ਆ ਤੇ ਜਿਹੜੇ ਆ ਕੇ ਸਿਫਤਾਂ ਕਰਦੇ ਫਿਰਦੇ ਆ ਫਲਾਨਾ ਲੀਡਰ ਚੰਗਾ, ਫਲਾਨਾ ਲੀਡਰ ਚੰਗਾ, ਉੱਥੇ ਜਾ ਕੇ ਰਹੋ। ਜਿਹੜੇ ਉਹਨਾਂ ਦੀਆਂ ਸਿਫਤਾਂ ਕਰਦੇ ਜਾ ਕੇ ਉਹਨਾਂ ਨੂੰ ਗੁਲਦਸਤੇ ਭੇਂਟ ਕਰੋ, ਉਹਨਾਂ ਨੇ ਬਾਹਰ ਕੱਢਿਆ ਹੈ ਤੁਹਾਨੂੰ ਇੱਥੋਂ ਜੀ। ਬਿਲਕੁਲ। ਥੋੜੀ ਟੂਟੀ ਕੈਸੀ ਹੈ। ਸੋ ਡਾਕਟਰ ਸਾਹਿਬ, ਨਵੇਂ ਫੈਡਰਲ ਨਿਆਂ ਮੰਤਰੀ ਤੇ ਸੋਲਿਸਿਟਰ ਜਨਰਲ ਨੇ ਦੁਬਾਰਾ ਫਿਰ ਸਹੁੰ ਚੁੱਕਣ ਦਾ ਉਹਦਾ ਮਤਲਬ ਕੀ ਹੈ ਜੀ? ਮਿਨਿਸਟਰ ਵਿਰਾਨੀ ਇਹ ਸਾਡੇ ਗੁਜਰਾਤ ਤੋਂ ਆ ਐਕਚੁਅਲੀ ਜੀ, ਤੇ ਇਸ ਵਜ਼ਾਰਤ ਦੇ ਵਿੱਚ 3 ਹਿੰਦੁਸਤਾਨੀ ਆ ਜਿਨ੍ਹਾਂ ਦੇ ਵਿੱਚ 2 ਤਾਂ ਪੰਜਾਬੀ ਆ ਜੀ, ਅਨੀਤਾ ਆਨੰਦ ਤੇ ਹਰਜੀਤ ਸੱਜਣ ਜੀ,
ਹਰਜੀਤ ਸੱਜਣ ਵੈਸੇ ਸੀਨੀਅਰਟੀ ਦੇ ਹਿਸਾਬ ਨਾਲ ਉਹ ਸਭ ਤੋਂ ਸੀਨੀਅਰ, ਜੀ ਦੂਸਰੀ ਸੀਨੀਅਰਟੀ ਹੈਗੀ ਆ ਅਨੀਤਾ ਆਨੰਦ ਤੋਂ, ਜੀ ਤੇ ਸਭ ਤੋਂ ਆਖਰ ਬੰਦੇ ਜਿਹੜੇ ਆ ਉਹ ਵਰਾਨੀ ਆ। ਜੀ ਤਾਂ ਮਹਿਕਮਾ ਇਹਨਾਂ ਦਾ ਚੰਗਾ ਆ ਵੈਸੇ, ਜੀ ਜਸਟਿਸ ਮਿਨਿਸਟਰੀ ਆ। ਇੱਕ ਪਿੱਛੇ ਜੇ ਐਸਐਨਸੀ ਲੈਵਲਾਂ ਦੇ ਨਾਲ ਸਕੈਂਡਲ ਹੋਇਆ ਸੀ ਪ੍ਰਾਈਮ ਮਿਨਿਸਟਰ ਦਾ, ਉਸ ਵੇਲੇ ਦੀ ਜਸਟਿਸ ਮਿਨਿਸਟਰ ਜਿਹੜੀ ਸੀ ਉਹਨੇ ਕੋਈ ਉਹਨਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਉਹਦੇ ਨਾਲ ਲਾਗ ਡਾਟ ਜ਼ਿਆਦਾ ਵੱਧ ਗਈ। ਉਹ ਪ੍ਰੈਸ਼ਰ ਪਾਉਂਦੇ ਸੀ ਵੀ ਕਿਊਬੈਕ ਦੇ ਵਿੱਚੋਂ ਆ, ਸਾਡੇ ਐਮਪੀ ਚੁਣ ਕੇ ਆਉਂਦੇ ਆ ਉੱਥੋਂ, ਤੇ ਇਹਨਾਂ ਤੇ ਐਸਐਨਸੀ ਲੈਵਲਾਂ ਤੇ ਕਈ ਚਾਰਜ ਲੱਗੇ ਸੀ। ਇੱਕ ਚਾਰਜ ਇਹ ਸੀ, ਸਾਡੇ ਕੈਨੇਡਾ 'ਚ ਕਾਨੂੰਨ ਹੈ ਵੀ ਤੁਸੀਂ ਕੈਨੇਡੀਅਨ ਫਰਮ ਵੀ ਭਾਵੇਂ ਹੋਵੋ, ਜੇ ਤੀਸਰੇ ਥਾਂ ਤੇ ਜਾ ਕੇ ਕੋਈ ਟੈਂਡਰ ਲੈਨੇ ਆ, ਜੇ ਸਾਨੂੰ ਪਤਾ ਲੱਗ ਗਿਆ ਵੀ ਤੁਸੀਂ ਬਰਾਈਬਰੀ ਦੇ ਕੇ ਮਤਲਬ ਰਿਸ਼ਵਤ ਦੇ ਕੇ ਲਿਆ ਆ, ਤੇ ਫਿਰ ਤੁਹਾਨੂੰ ਅਸੀਂ ਚਾਰਜ ਕਰ ਦੇਣਾ ਇੱਥੇ ਕੈਨੇਡਾ ਦੇ ਵਿੱਚ। ਜੀ ਤਾਂ ਉਹਨਾਂ ਤੇ ਕਈ ਐਸਐਨਸੀ 11 ਤੇ ਕਈ ਚਾਰਜ ਲੱਗੇ ਸੀ। ਲੇਟੈਸਟ ਉਹਨਾਂ ਦੇ ਲੱਗਾ ਸੀ ਬੰਗਲਾਦੇਸ਼ ਦੇ ਵਿੱਚ, ਉਹਨਾਂ ਨੇ ਕੋਈ ਕੰਟਰੈਕਟ ਲਿਆ ਤਾਂ ਉੱਥੇ ਰਿਸ਼ਵਤ ਦਿੱਤੀ। ਮੇਰਾ ਖਿਆਲ ਦੇਣੀ ਵੀ ਪੈਂਦੀ ਹੈ ਉਹਨਾਂ ਨੂੰ। ਕੋਈ ਤਰੀਕਾ ਉਹਨਾਂ ਨੇ ਠੀਕ ਬਣਾਇਆ, ਤਰੀਕਾ ਨਹੀਂ ਬਣਾਇਆ ਜਿਹੜਾ ਸਾਨੂੰ ਵੀ ਪਤਾ ਲੱਗ ਗਿਆ। ਤੇ ਉਹਦੇ ਤੇ ਫਿਰ ਉਹਦਾ ਅਸਰ ਇਹ ਪੈਂਦਾ ਆ ਵੀ ਜਦੋਂ ਜੇ ਤੁਹਾਨੂੰ ਇਦਾਂ ਦੇ ਚਾਰਜ ਲੱਗੇ ਆ, ਫਿਰ ਕੈਨੇਡਾ ਦੇ ਵਿੱਚ ਜਿਹੜੇ ਉਹਨਾਂ ਨੂੰ ਟੈਂਡਰ ਮਿਲਦੇ ਆ ਉਹ ਮਿਲਣੋਂ ਬੰਦ ਹੋ ਜਾਂਦੇ ਆ। ਜੀ ਤਾਂ ਉਹ ਇਸ ਗੱਲ ਤੋਂ ਕੋਈ ਰਾਹਤ ਚਾਹੁੰਦੇ ਸੀ ਵੀ ਹੁਣ ਸਾਡੇ ਤੇ ਇਹ ਪਾਬੰਦੀ ਨਾ ਲੱਗੇ, ਇਹ ਪਾਬੰਦੀ ਨਾ ਲਾਇਓ ਤੁਸੀਂ। ਤੇ ਅਟਾਰਨੀ ਜਨਰਲ ਬੜੀ ਅੜ ਗਈ, ਸਾਡੀ ਇੱਥੇ ਵੈਨਕੂਵਰ ਦੀ ਸੀ, ਉਹ ਐਸੀ ਅੜੀ ਤਾਂ ਉਹਨੂੰ ਬਾਹਰ ਕੱਢ ਦਿੱਤਾ। ਤੇ ਉਸ ਵੇਲੇ ਤੋਂ ਇਹ ਸਵਾਲ ਉੱਠਦਾ ਸੀ ਵੀ ਜਿਹੜਾ ਅਟਾਰਨੀ ਜਨਰਲ ਦੀ ਮਿਨਿਸਟਰੀ ਆ, ਜਿਹਨੂੰ ਨਾਰਮਲੀ ਅਸੀਂ ਮਿਨਿਸਟਰੀ ਆਫ ਜਸਟਿਸ ਵੀ ਕਹਿ ਦਿੰਦੇ ਹਾਂ, ਵੀ ਇਹ ਏਦਾਂ ਦਾ ਮਹਿਕਮਾ ਆ ਲਾਅ ਐਂਡ ਆਰਡਰ ਨਾਲ, ਖਾਸ ਤੌਰ ਤੇ ਜਸਟਿਸ ਮਿਨਿਸਟਰੀ ਦੇ ਨਾਲ ਏਦਾਂ ਸਾਈਡ ਨਾਲ ਡੀਲ ਕਰਦਾ ਹੈ ਵੀ ਜਦੋਂ ਵੀ ਜੇ ਤਾਂ ਉਹ ਪ੍ਰਾਈਮ ਮਿਨਿਸਟਰ ਦੇ ਅੰਡਰ ਆ ਸਿੱਧੇ ਤੌਰ ਤੇ, ਤਾਂ ਫੇਰ ਪ੍ਰਾਈਮ ਮਿਨਿਸਟਰ ਜਿਹੜਾ ਵੀ ਹੋਊਗਾ ਉਹਦੇ ਬੌਸ ਦੀ ਤਾਂ ਮੰਨਣੀ ਪੈਂਦੀ ਹੈ। ਫਿਰ ਉਹਦੇ ਕਲੀਗ ਦੀ ਵੀ ਉਹ ਕਹੂਗਾ ਵੀ ਫਲਾਣੇ ਕਲੀਗ ਦੀ ਮੰਨੋ, ਉਹਦੀ ਮੰਨੋ, ਉਹਦੀ ਮੰਨੋ, ਉਹਦੀ ਮੰਨੋ, ਤੇ ਉਹ ਜ਼ੋਰ ਪਾਉਂਦੇ ਆ ਤੇ ਉਹ ਜ਼ੋਰ ਨਾਲ ਕੰਮ ਕਰਾਉਂਦੇ ਆ। ਬਹੁਤੇ ਦੇਸ਼ਾਂ ਦੇ ਵਿੱਚ ਅਟਾਰਨੀ ਜਨਰਲ ਜਿਹੜਾ ਸੈਪਰੇਟ ਮਿਨਿਸਟਰੀ ਆ ਜੀ। ਉਹ ਤੁਸੀਂ ਯੂਐਸ ਦੇ ਵਿੱਚ ਇਲੈਕਸ਼ਨ ਹੁੰਦੀਆਂ, ਅਟਾਰਨੀ ਜਨਰਲ ਜਿਹੜਾ ਸਟੇਟ ਦਾ ਆ ਉਹਨਾਂ ਦੀਆਂ ਵੱਖ-ਵੱਖ, ਉਹਨਾਂ ਦੀ ਵੱਖਰੀ ਇਲੈਕਸ਼ਨ ਹੁੰਦੀ ਹੈ। ਅਟਾਰਨੀ ਜਨਰਲ ਵੱਖਰਾ ਇਲੈਕਟ ਹੁੰਦਾ ਜੀ, ਉਹ ਕਿਸੇ ਸਲੇਟ ਦਾ ਹਿੱਸਾ ਨਹੀਂ ਹੁੰਦਾ ਜੀ। ਤੇ ਫਿਰ ਉਹਨੂੰ ਤਾਂ ਹੀ ਇੰਡੀਪੈਂਡੈਂਟ ਆ ਉਹ। ਜੇ ਸਟੇਟ ਦੇ ਗਵਰਨਰ ਤੇ ਵੀ ਕੋਈ ਚਾਰਜ ਲਾਉਣਾ ਹੋਵੇ ਲਾ ਦੂਗਾ, ਕਿਉਂਕਿ ਉਹ ਇੰਡੀਪੈਂਡੈਂਟਲੀ ਆਪਣੇ ਆਪ ਹੀ ਇਲੈਕਟ ਹੋ ਕੇ ਆਇਆ ਹੈ, ਕਿਸੇ ਤੇ ਡਿਪੈਂਡੈਂਟ ਨਹੀਂ ਹੋ ਜੀ। ਤੇ ਇਦਾਂ ਦੀ ਸਿਨੈਰੀਓ ਇੱਥੇ ਕੈਨੇਡਾ 'ਚ ਦੇ ਰਹੇ ਸੀ ਵੀ ਸਾਨੂੰ ਵੀ ਜਿਹੜਾ ਅਟਾਰਨੀ ਜਨਰਲ ਆ, ਜਸਟਿਸ ਮਿਨਿਸਟਰ ਆ, ਉਹਨੂੰ ਇੱਕ ਬਿਲਕੁਲ ਵੱਖਰਾ ਕੀਤਾ ਜਾਣਾ ਚਾਹੀਦਾ ਜੀ। ਜਿਹੜਾ ਆਰੋਪ ਚੱਲਦਾ ਆ ਪ੍ਰਾਈਮ ਮਿਨਿਸਟਰ ਦਾ, ਸਾਰੀ ਕੈਬਨਿਟ ਦਾ, ਉਹ ਬੰਦ ਹੋਣਾ ਚਾਹੀਦਾ। ਇਹਦੇ ਨਾਲ ਇੰਟਰਫੀਰੈਂਸ ਬਹੁਤ ਜ਼ਿਆਦਾ, ਉਹ ਸਾਡਾ ਫਿਰ ਜਸਟਿਸ ਕੀ ਰਹਿ ਜਾਂਦਾ, ਫ੍ਰੀ ਹੈਂਡ ਦਿਓ ਉਹਨੂੰ। ਤੇ ਉਹਨੂੰ ਇਹਨਾਂ ਨੇ ਬੜੇ ਸ਼ੈਤਾਨ ਆ, ਇਹ ਵੀ ਜਿਹੜੀ ਪਾਵਰ ਦੇ ਵਿੱਚ ਬੰਦੇ ਬੈਠੇ ਆ, ਉਹਨਾਂ ਨੇ ਦੇਖਿਆ ਇਹਨਾਂ ਨੇ ਕਿ ਇਹ ਡਿਮਾਂਡ ਬਹੁਤ ਜ਼ਿਆਦਾ ਆ, ਲੋਕੀ ਇਹ ਸਕੈਂਡਲ ਵੀ ਬਣਿਆ ਸੀ ਇੱਕ ਇਲੈਕਸ਼ਨ ਦੇ ਵਿੱਚ, ਤੇ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ। ਏਦਾਂ ਤਾਂ ਹੋ ਨਹੀਂ ਸਕਦਾ ਵੀ ਅਸੀਂ ਛੱਡ ਦਈਏ ਇਹਨੂੰ ਜੀ। ਇਹਨਾਂ ਨੇ ਇੱਕ ਸਮਾਰਟ ਤਰੀਕਾ ਲੱਭ ਲਿਆ। ਇਹਨਾਂ ਨੇ ਹੁਣ ਓਥ ਜਿਹੜੀ ਸਹੁੰ ਚੱਕਦੇ ਹੁੰਦੇ ਆ ਜੀ, ਦੋ ਤਰ੍ਹਾਂ ਦੀ ਸਹੁੰ ਚੱਕਦੇ ਆ ਨਾ, ਜਦ ਤੁਸੀਂ ਐਗਜ਼ੈਕਟਿਵ ਮੈਂਬਰ ਦੀ, ਐਗਜ਼ੈਕਟਿਵ ਚਾਹੇ ਆਫਿਸਰ ਆ ਚਾਹੇ ਮਿਨਿਸਟਰ ਆ, ਇੱਕ ਤਾਂ ਹੁੰਦੀ ਆ ਆਪਣੇ ਡਿਪਾਰਟਮੈਂਟ ਦੀਆਂ ਵੀ ਡਿਊਟੀਆਂ ਜਿਹੜੀਆਂ ਮੈਂ ਨਿਭਾਉਣੀਆਂ, ਉਹ ਮੈਂ ਆਪਣੀ ਸਮਰੱਥਾ ਦੇ ਹਿਸਾਬ ਦੇ ਨਾਲ ਨਿਗਾਮਾ। ਦੂਸਰੀ ਹੁੰਦੀ ਹੈ ਸੀਕ੍ਰੇਸੀ ਦੀ ਸਹੁੰ, ਕਿ ਜਿਹੜੀ ਵੀ ਮੇਰੀ ਫਾਈਲ ਮੋਹਰੇ ਆਊਗੀ ਤੇ ਉਹ ਮੈਂ ਕਿਸੇ ਨਾਲ ਗੱਲ ਨਹੀਂ ਡਿਸਕਸ ਕਰੂੰ। ਉਹ ਤੇ ਜਿਹੜੀ ਉਹ ਪਹਿਲੀ ਕੰਮ ਵਾਲੀ ਸਹੁੰ ਆ, ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਉਹਨੂੰ ਸ਼ਬਦ ਚੇਂਜ ਕਰਕੇ ਕਹੀਏ, ਉਹਦੇ ਵਿੱਚ ਸ਼ਬਦਾਂ ਦੇ ਵਿੱਚ ਇਦਾਂ ਦਾ ਹੋਵੇ ਵੀ ਮੈਂ ਇੰਡੀਪੈਂਡੈਂਟ ਹੋ ਕੇ ਬਾਕੀਆਂ ਨਾਲੋਂ ਕੰਮ ਕਰੂੰਗਾ। ਸਹੁੰ ਚੱਕਣ ਦਾ ਮਤਲਬ ਤਾਂ ਕੋਈ ਏਡਾ ਖਾਸ ਹੈ ਨਹੀਂਗਾ, ਪਰ ਇਹਨਾਂ ਨੇ ਇਹ ਦੇਖਿਆ ਵੀ ਬਿਲਕੁਲ ਇੰਡੀਪੈਂਡੈਂਟ ਅਟਾਰਨੀ ਜਨਰਲ ਬਣਾਤਾ ਤੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਠੋਕ ਦਿਆ ਕਰਨਾ।
ਬਿਲਕੁਲ ਨੈਚੁਰਲੀ ਸਾਡੇ ਇੱਥੇ ਇੱਕ ਸਕੈਂਡਲ ਹੋਇਆ ਸੀ। ਅਟਾਰਨੀ ਜਨਰਲ ਸਾਡਾ ਪੰਜਾਬੀ ਸੀ, ਉਹਦੇ ਤੇ ਅੱਜ ਤਾਈਂ ਇਲਜ਼ਾਮ ਲਾਉਂਦੇ ਆ ਵੀ ਇਹਨੂੰ ਸਾਰਾ ਕੁਝ ਪਤਾ ਸੀ ਵੀ ਪ੍ਰੀਮੀਅਰ ਨੂੰ ਚਾਰਜ ਕਰ ਦੇਣਾ। ਚਾਰਜ ਵੀ ਕੋਈ ਵੱਡਾ ਨਹੀਂ ਸੀ, ਉਹਨੇ ਕੋਈ ਕਹਿੰਦੇ ਆ ਵੀ ਕੋਈ ਠੇਕਾ ਦੇਣਾ ਸੀ ਕਿਸੇ ਜਗ੍ਹਾ ਦਾ, ਸ਼ਰਾਬ ਵਾਲੀ ਜਗ੍ਹਾ ਖੋਲਣੀ ਸੀ ਬੰਦੇ ਨੇ, ਤਾਂ ਉਹਨੇ ਉਹਦਾ ਸੰਡੈਕ ਫਿਕਸ ਕਰਤਾ ਜਿਹੜਾ ਘਰ ਦੇ ਪਿਛਲੇ ਪਾਸੇ ਸੀ ਜੀ। ਤਾਂ ਉਹਦੇ ਬਦਲੇ ਉਹਨੂੰ ਪ੍ਰੀਮੀਅਰ ਨੂੰ ਰਿਜ਼ਾਈਨ ਕਰਨਾ ਪਿਆ। ਪ੍ਰੀਮੀਅਰ ਤੇ ਚਾਰजेस ਲਾਤੇ। ਖੈਰ ਉਹ ਬਾਅਦ ਚ ਬਰੀ ਤਾਂ ਹੋ ਗਏ, ਪਰ ਉਹ ਪ੍ਰੀਮੀਅਰਸ਼ਿਪ ਤਾਂ ਜਾਂਦੀ ਲੱਗੀ ਨਾ ਉਹਨਾਂ ਨੂੰ। ਹਾਂ ਬਿਲਕੁਲ। ਤੇ ਉਹ ਇਸ ਤਰ੍ਹਾਂ ਅਟਾਰਨੀ ਜਨਰਲ ਨੂੰ ਦੀ ਪਾਵਰ ਜਿਹੜੀ ਹੈ, ਜੇ ਉਹਨਾਂ ਨੂੰ ਬਿਲਕੁਲ ਹੀ ਇੰਡੀਪੈਂਡੈਂਟ ਬਣਾ ਦਿਓ ਤਾਂ ਫੇਰ ਤਾਂ ਉਹ ਬਹੁਤ ਡਰਿਆ ਕਰਨਗੇ ਦੂਜੇ ਵੀ ਬੰਦੇ ਵੀ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ। ਸੋ ਇਹ ਸਮਾਰਟ ਵੇ ਇਹ ਸੀ ਵੀ ਜਿਹੜੀ ਇਹਨਾਂ ਵਿਰਾਨੀ ਉਹਨਾਂ ਨੇ ਪਿਛਲੀ ਸਹੁੰ ਜਿਹੜੀ ਪਹਿਲਾਂ ਹੁੰਦੀ ਸੀ ਐਸਐਨਸੀ ਲੈਵਲਾਂ ਦੇ ਸਕੈਂਡਲ ਤੋਂ ਪਹਿਲਾਂ ਸੀ, ਉਹ ਸਹੁੰ ਚੱਕ ਲਈ ਤੇ ਫਿਰ ਕਿਸੇ ਨੇ ਕਿਹਾ ਵੀ ਜਿਹੜੀ ਨਵੀਂ ਬਣਾਈ ਸੀ ਅਸੀਂ ਜਿਹੜੀ ਦਰੁਸਤ ਕੀਤੀ ਉਹ ਸਹੁੰ ਚੱਕੀ ਨਹੀਂ। ਇਸ ਕਰਕੇ ਉਹਨਾਂ ਨੇ ਦੁਬਾਰਾ ਸਹੁੰ ਚੱਕਣੀ ਹੁਣ ਜੀ। ਤੇ ਉਹ ਲੋਕਾਂ ਨੂੰ ਇਲੂਜ਼ਨ ਪੈਦਾ ਕਰਨ ਦਾ ਵੀ ਅਸੀਂ ਕੁਝ ਕਰ ਰਹੇ ਹਾਂ, ਅਸੀਂ ਅਟਾਰਨੀ ਜਨਰਲ ਹੁਣ ਜਿਹੜਾ ਆ ਇੰਡੀਪੈਂਡੈਂਟ ਹੋਊਗਾ। ਕਿੰਨਾ ਕੁ ਇੰਡੀਪੈਂਡੈਂਟ ਹੋਊਗਾ ਇਹ ਤਾਂ ਸਮਾਂ ਹੀ ਦੱਸੂਗਾ। ਸਾਨੂੰ ਪਤਾ ਹੀ ਆ ਵੀ ਸਹੁੰ ਚੱਕਣ ਦੇ ਨਾਲ ਕੀ ਹੁੰਦਾ ਹੈ। ਸਹੁੰ ਤਾਂ ਬਹੁਤ ਚੱਕਦੇ ਆ ਜੀ। ਇਹ ਸਹੁੰ ਵੀ ਮਤਲਬ ਤੁਸੀਂ ਦੇਖੋ ਇੱਕ ਪੁਰਾਣੇ ਜ਼ਮਾਨੇ ਦੀ ਜਦੋਂ ਸਾਰੇ ਰਿਲੀਜੀਅਸ ਬੰਦੇ ਬਹੁਤ ਜ਼ਿਆਦਾ ਸੀ, ਸਹੁੰ ਚੱਕਣ ਦਾ ਮਤਲਬ ਹੈ ਇਹ ਰਿਲੀਜੀਅਸ ਹੈ ਐਕਚੁਅਲੀ। ਜੀ ਬਿਲਕੁਲ। ਧਾਰਮਿਕ ਇੱਕ ਰਸਮ ਬਣੀ ਹੈ ਵੀ ਜਿਹੜੀ ਸਹੁੰ ਚੱਕ ਲੈਂਦਾ ਬੰਦਾ ਉਹ ਝੂਠ ਨਹੀਂ ਬੋਲਦਾ। 3600 ਬੰਦੇ ਇੱਥੇ ਗੁਰੂ ਗ੍ਰੰਥ ਸਾਹਿਬ ਸਿਰ ਤੇ ਰੱਖ ਕੇ ਬਿਲਕੁਲ ਸਹੁੰ ਖਾਂਦੇ ਮਤਲਬ ਸਵੇਰ ਤੋਂ ਸ਼ਾਮ ਤਾਈਂ ਉਹਨਾਂ ਜਿੰਨੀ ਮਰਜ਼ੀ ਝੂਠ ਬੁਲਾ ਲਓ। ਬਿਲਕੁਲ। ਤਾਂ ਉਹਨਾਂ ਨੇ ਸਿਰ ਤੇ ਉੱਤੇ ਗ੍ਰੰਥ ਸਾਹਿਬ ਰੱਖਿਆ ਹੋਵੇ, ਗੀਤਾ ਰੱਖੀ ਹੋਵੇ, ਬਾਈਬਲ ਰੱਖੀ ਹੋਵੇ, ਸਭ ਕੁਝ ਕਰ ਲੈਂਦੇ ਆ। ਇਹ ਉਸ ਜ਼ਮਾਨੇ ਦੀਆਂ ਗੱਲਾਂ ਸ਼ਾਇਦ ਜਦੋਂ ਲੋਕੀ ਡਰਦੇ ਹੁੰਦੇ ਸੀ। ਭਲੇ ਵੇਲਿਆਂ ਦੀ ਗੱਲ ਜਿਹੜੀ ਚਾਹੇ ਭਲੇ ਵੇਲੇ ਸੀ ਚਾਹੇ ਮਾੜੇ ਵੇਲੇ ਸੀ, ਮਤਲਬ ਉਸ ਵੇਲੇ ਧਰਮ ਦਾ ਰੋਲ ਹੁੰਦਾ ਸੀ। ਬਿਲਕੁਲ। ਇਹ ਧਾਰਮਿਕ ਗੱਲ ਆ ਵੀ ਸਹੁੰ ਚੱਕਣੀ ਆ ਜੀ। ਹਾਂ ਸਹੁੰ ਚੱਕੇ ਤੇ ਤੁਸੀਂ ਸੀਕ੍ਰੇਸੀ ਵੀ ਦੱਸਦੇ ਰਹਿੰਦੇ ਆ। ਇਹ ਕੋਈ ਰੋਕਦੇ ਥੋੜੋ। ਜਿੱਦਾਂ ਇਮਰਾਨ ਖਾਨ ਨੇ ਕਹਿਤਾ ਸੀ ਮੈਨੂੰ ਚਿੱਠੀ ਆਈ ਆ, ਕਿਸੇ ਨੇ ਦੱਸਿਆ ਵੀ ਮੇਰੀ ਅਮਰੀਕਾ ਦੀ ਸਰਕਾਰ ਮੇਰਾ ਤਖਤਾ ਉਲਟਾਉਣਾ ਚਾਹੁੰਦੀ ਹੈ, ਫਿਰ ਉਹਨੂੰ ਕਿਸੇ ਨੇ ਬਾਅਦ ਚ ਦੱਸਿਆ ਹੋਣਾ ਵੀ ਭਾਈ ਤੂੰ ਸੀਕ੍ਰੇਸੀ ਦੀ ਸਹੁੰ ਖਾਧੀ ਆ, ਇਹ ਜੇ ਕੰਮ ਕਰੂੰਗਾ ਤਾਂ ਬਿਲਕੁਲ ਹੀ ਮਾੜਾ ਆ। ਹਾਂ ਬਿਲਕੁਲ। ਉਹ ਤਾਂ ਫਿਰ ਤੈਨੂੰ ਟੰਗਦੇ ਰਹਿਣਾ, ਉਦੋਂ ਹੀ ਟੰਗ ਦੇਣਾ ਸੀ। ਫਿਰ ਉਹਨੇ ਕਿਹਾ, ਫਿਰ ਉਹਨੇ ਚਿੱਠੀ ਦਿਖਾਲੀ ਨਹੀਂ। ਚਲੋ ਹੈ ਸੀ ਜਾਂ ਚਿੱਠੀ ਨਹੀਂ ਸੀ ਜੀ, ਉਹ ਪਤਾ ਨਹੀਂ ਸਾਨੂੰ, ਪਰ ਇੱਕ ਗੱਲ ਵੱਡੀ ਇਹ ਸੀ ਵੀ ਤੂੰ ਸਹੁੰ ਚੱਕੀ ਆ। ਸਹੁੰ ਚੱਕਣ ਦਾ ਮਤਲਬ ਇਹ ਹੈ ਵੀ ਜੇ ਪਤਾ ਲੱਗ ਗਿਆ ਜੀ ਬਾਹਰਲਿਆਂ ਨੂੰ ਵੀ ਸਹੁੰ ਤੇ ਵਾਇਲੇਟ ਕੀਤੀ ਆ ਤਾਂ ਉਹਤੇ ਫਿਰ ਚਾਰਜ ਲਾ ਦਿੰਦੇ ਆ ਜੀ। ਡਾਕਟਰ ਸਾਹਿਬ, ਆਪਣੇ ਵਾਅਦਿਆਂ ਦੀ ਪੂਰਤੀ ਨਾ ਕਰ ਸਕਣ ਵਾਲੇ ਇੱਕ ਕਾਉਂਸਲਰ ਨੇ ਮੀਟਿੰਗ ਦੇ ਵਿੱਚ ਆਪਦੇ ਮੂੰਹ ਤੇ ਚੱਪਲਾਂ ਮਾਰੀਆਂ, ਇਹੋ ਜਿਹੇ ਵੀ ਹੈਗੇ ਆ ਜੀ ਬੰਦੇ? ਇਹ ਵੈਸੇ ਹਿੰਦੁਸਤਾਨ ਦੀ ਖਬਰ ਹੈ। ਆਂਧਰਾ ਪ੍ਰਦੇਸ਼ ਦੇ ਵਿੱਚ ਜੀ ਇੱਕ ਕਾਉਂਸਲਰ ਬੈਠਾ ਹੈ ਮੀਟਿੰਗ ਦੇ ਵਿੱਚ, ਉਹਦੀ ਵੀਡੀਓ ਵੀ ਬਣੀ ਹੈ ਜੀ। ਉਹ ਆਪਣੀ ਜੁੱਤੀ ਲਾ ਕੇ ਤਾਂ ਮੂੰਹ ਤੇ ਮਾਰਦਾ ਜੀ, ਕਈ ਮਾਰੀਆਂ ਉਹਨੇ ਜੀ। ਤੇ ਉਹ ਵੈਸੇ ਉਹ ਰਿਕਸ਼ਾ ਚਲਾਉਂਦਾ ਹੈ ਜੀ, ਜਿਹੜਾ ਕਾਉਂਸਲਰ ਆ ਜੀ। ਰਿਕਸ਼ਾ ਵਾਲਾ ਜਿਹੜਾ ਕਾਉਂਸਲਰ ਜਿੱਤਿਆ ਹੋਣਾ ਠੀਕ ਹੀ ਹੋਣਾ, ਜਿਹੜਾ ਬੰਦਾ ਲੋਕੀ ਰਿਸਪੈਕਟ ਕਰਦੇ ਹੋਣੇ ਜਿਹਨੂੰ ਇਲੈਕਟ ਕਰਤਾ। ਤੇ ਉਹ ਕਹਿੰਦਾ ਵੀ ਮੈਂ ਲੋਕਾਂ ਨੂੰ ਆਪਣੇ ਜਿਹੜਾ ਵਾਰਡ ਆ ਉਹਨਾਂ ਨੂੰ ਵਾਅਦਾ ਕੀਤਾ ਸੀ ਵੀ ਸਿਵਰ ਠੀਕ ਹੋਊਗਾ, ਬੱਤੀਆਂ ਠੀਕ ਹੋਣਗੀਆਂ, ਸਫਾਈ ਹੋਊਗੀ ਉੱਥੇ, ਤੇ ਇੱਕ ਵੀ ਚੀਜ਼ ਉੱਥੇ ਠੀਕ ਨਹੀਂ ਹੋਈ। ਕਹਿੰਦਾ ਹੁਣ ਉੱਥੇ ਦੇ EMPLOYEES ਨੂੰ ਆਪਣੇ ਨੂੰ ਕਾਉਂਸਲਰ ਤਾਂ ਇਹੀ ਕਹਿ ਸਕਦੇ ਵੀ ਉੱਥੇ ਜਾ ਕੇ ਤੁਸੀਂ ਨਾਲੀਆਂ ਠੀਕ ਕਰਕੇ ਆਓ, ਫਲਾਣੀ ਠੀਕ ਕਰਕੇ ਆਓ, ਤਾਂ ਉਹ ਆਖੇ ਹੀ ਨਹੀਂ ਲੱਗਦੇ ਬੰਦੇ, ਤੇ ਨਾ ਉਹ ਉਹਨਾਂ ਦੀ ਦਿਲਚਸਪੀ ਹੁੰਦੀ ਹੈ ਵੈਸੇ ਤਾਂ ਤਕੜੇ ਆਲ ਭਾਵੇਂ ਉਧਰ ਮਾਡਲ ਟਾਊਨ ਨਾਲ ਗੇੜਾ ਮਾੜਿਆ ਹੋਣ, ਬਾਕੀਆਂ ਦੇ ਬਸਤੀਆਂ ਨੂੰ ਕਿਹੜਾ ਪੁੱਛਦਾ, ਕੌਣ ਪੁੱਛਦਾ ਜੀ। ਤੇ ਇਹ ਇੱਕ ਉਹ ਇਹੋ ਜਿਹਾ ਕਾਉਂਸਲਰ ਦੀ ਗੱਲ ਹੈ ਵੀ ਜਿਹਦੀ ਤੁਸੀਂ ਕਹਿ ਲਓ ਕਿ ਕੌਨਸ਼ੀਅਸ ਕੰਮ ਕਰਦੀ ਆ ਜੀ, ਜਿਹਨੂੰ ਅਸੀਂ ਕੀ ਕਹਿੰਦੇ ਜਿਹੜਾ ਜ਼ਮੀਰ ਜਾਗਦੀ ਆ ਜੀ, ਜਿਹਨੂੰ ਲੱਗਾ ਵੀ ਜੇ ਜੋ ਮੈਂ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਤਾਂ ਮੈਂ ਤਾਂ ਕਰ ਹੀ ਨਹੀਂ ਸਕਦਾ ਕੁਝ, ਤੇ ਦੱਸੋ ਮੇਰੇ ਇੱਥੇ ਬੈਠਣ ਦਾ ਕੀ ਫਾਇਦਾ। ਉਹਨੇ ਫਿਰ ਆਪਣੀ ਅਟੈਂਸ਼ਨ ਡਰਾ ਕਰਨ ਲਈ ਨਾ ਤੇ ਆਪਣੇ ਮੂੰਹ ਤੇ ਜੁੱਤੀਆਂ ਮਾਰੀਆਂ ਸ਼ੁਰੂ ਕਰਤੀਆਂ ਇਹ ਦਿਖਾਲਣ ਲਈ। ਪਰ ਜੇ ਇਹ ਸਾਰਿਆਂ ਦੇ ਮਨ ਦੇ ਵਿੱਚ ਕਦੇ ਆਵੇ
ਤਾਂ ਮੇਰਾ ਖਿਆਲ ਪੰਜਾਬ ਦੀ ਅਸੈਂਬਲੀ ਦੇ ਵਿੱਚ 117 ਬੰਦੇ ਬੈਠੇ ਜੁੱਤੀਆਂ ਲਾ ਕੇ ਬੈਠੇ ਹੋਣ। ਫਿਰ ਤਾਂ ਸਾਡੇ ਪ੍ਰਧਾਨ ਮੰਤਰੀ ਨੂੰ ਇਹ ਕੁਝ ਕਰਨਾ ਪਊਗਾ। ਸਾਡੇ ਮਤਲਬ ਸਾਰੀ ਪਾਰਲੀਮੈਂਟ ਇਦਾਂ ਬੈਠੀ ਹੋਵੇ ਮੂੰਹ ਤੇ ਜੁੱਤੀਆਂ ਮਾਰਦੀ। ਸਹੀ ਗੱਲ ਹੈ, ਕਿਉਂਕਿ ਕਹਿੰਦੇ ਕੁਛ ਹੈ ਕਰਦੇ ਕੁਛ ਹੈ। ਕਰਦੇ ਕੁਛ ਹੈ। ਜੋ ਸੁਪਨੇ ਦਿਖਾਲੇ ਹੁੰਦੇ ਲੋਕਾਂ ਨੂੰ ਜੀ, ਉਹ ਕਦੇ ਭਗਵੰਤ ਮਾਨ ਦੀ ਟੇਪ ਕੱਢੀ ਸੀ ਜਦੋਂ ਪੀਪਲਜ਼ ਪਾਰਟੀ ਪੰਜਾਬ ਦਾ ਜੀ ਕੈਂਡੀਡੇਟ ਸੀ ਲਹਿਰਾ ਗਾਗਾ ਦੇ ਵਿੱਚ। ਜੀ ਜੀ ਤੇ ਉਹਦੇ ਵਿੱਚ ਉਹ ਸਪੀਚ ਦੇ ਰਿਹਾ ਵੀ ਮੈਂ ਉਹੋ ਜਿਹਾ ਸਿਸਟਮ ਚਾਹੁੰਦਾ ਆ। ਹਮੇਸ਼ਾ ਬਾਹਰੋਂ ਵਾਲੇ ਕਿਉਂਕਿ ਸੈਟਲ ਹੋ ਗਿਆ ਸੀ ਜੀ, ਇਸ ਕਰਕੇ ਹਮੇਸ਼ਾ ਹੀ ਕਹਿੰਦਾ ਹੁੰਦਾ ਸੀ ਕਿ ਮੈਂ ਚਾਹੁੰਦਾ ਕਿ ਦੇਖੋ ਜੀ ਇੱਕ ਕਤਾਰ ਹੋਵੇ, ਜੇ ਲੋਕੀ ਗੈਸ ਲੈਣ ਵੀ ਖੜੇ ਆ ਇੱਕ ਥਾਂ ਤੇ ਹੀ ਮੁੱਖ ਮੰਤਰੀ ਖੜਾ ਹੋਵੇ ਤਾਂ ਉੱਥੇ ਹੀ ਆਮ ਬੰਦਾ ਹੋਵੇ ਜੀ। ਹੁਣ ਇੰਨੇ ਅੱਜ ਤਾਈਂ ਗੋਪੀ ਚੰਦ ਭਾਰਗਵਾ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤਾਈਂ ਜਿੰਨੇ ਵੀ ਸਾਡੇ ਚੀਫ ਮਿਨਿਸਟਰ ਹੋਏ ਆ ਜੀ, ਸਭ ਤੋਂ ਵੱਧ ਸਿਕਿਉਰਿਟੀ ਜਿਹੜੀ ਆ ਭਗਵੰਤ ਮਾਨ ਨੇ ਲਈ ਹੈ। ਬਿਲਕੁਲ ਰਿਕਾਰਡ ਤੋੜ ਸਟਿਆ। 140 ਗੱਡੀਆਂ ਜਾਂਦੀਆਂ। ਉਹ ਕਹਿੰਦੇ ਵੀ ਜਦੋਂ 140 ਗੱਡੀਆਂ ਜਾਂਦੀਆਂ ਲੋਕੀ ਆਲੇ ਦੁਆਲੇ ਡਰਦੇ ਆ ਵੀ ਇਹ ਐਕਸੀਡੈਂਟ ਨਾ ਕਰਨ ਕਿਸੇ ਨੂੰ, ਕਿਉਂਕਿ ਜਾਂਦੇ ਵੀ ਤੇਜ਼ ਹੁੰਦੇ ਆ, ਜਾਂਦੇ ਵੀ ਵੱਡੀਆਂ ਗੱਡੀਆਂ ਲੈ ਕੇ ਜਾਂਦੇ ਆ। ਕੁਝ ਚਾਹ ਵੀ ਹੁੰਦਾ ਜੀ, ਜਿਹੜਾ ਨਵਾਂ ਪਹਿਲੇ ਹੀ ਬਣਿਆ ਬੰਦਾ ਉਹਨੂੰ ਚਾਹ ਵੀ ਵਾਲੇ ਹੁੰਦੇ ਆ। ਸਾਡੇ ਪੁਰਾਣੀ ਕਹਾਵਤ ਹੈ ਨਾ, ਮਾੜੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ। ਬਿਲਕੁਲ। ਤੇ ਉਹ ਭਗਵੰਤ ਮਾਨ ਇਹ ਆਫਰ ਗਿਆ ਹੁਣ ਜੀ, ਆਫਰ ਗਿਆ 1.5 ਸਾਲ ਦੇ ਵਿੱਚ, ਹਾਲੇ 1.5 ਸਾਲ ਵੀ ਪੂਰਾ ਨਹੀਂ ਹੋਇਆ ਤੇ 5 ਸਾਲਾਂ ਵਿੱਚ ਤਾਂ ਇਹ ਫਟ ਜਾਊਗਾ। ਬਿਲਕੁਲ। ਸੋ ਡਾਕਟਰ ਸਾਹਿਬ, ਇੱਕ ਨਵੀਂ ਖਬਰ ਵਾਦੇ ਹੰਟਰ ਬਾਈਡਨ ਦੇ ਇੱਕ ਦੋਸਤ ਨੇ ਗਵਾਹੀ ਦਿੱਤੀ ਹੈ ਕਿ ਬਾਈਡਨ ਨੇ ਆਪਣੇ ਪੁੱਤ ਦੇ ਕਾਰੋਬਾਰ ਬਾਰੇ ਜਾਣਕਾਰੀ ਨਾ ਹੋਣ ਜਿਹੜਾ ਉਹ ਕਿਤੇ ਝੂਠ ਬੋਲਿਆ ਸੀ ਜੀ। ਜੋ ਬਾਈਡਨ ਨੂੰ ਜਦੋਂ ਵੀ ਪੁੱਛਦੇ ਆ ਸਵਾਲ, ਮੀਡੀਆ ਤੋਂ ਪੁੱਛਦਾ ਹੈ ਕਿ ਜੋ ਹੰਟਰ ਬਾਈਡਨ ਕਰਦਾ ਸੀ ਉਹ ਬਿਜ਼ਨਸ ਦੇ ਵਿੱਚ ਇੰਟਰਫੀਰੈਂਸ ਦਾ ਇੱਥੇ ਪਤਾ ਲੱਗਦਾ ਵੀ ਵਾਈਸ ਪ੍ਰੈਜ਼ੀਡੈਂਟ ਸੀ ਤੁਸੀਂ, ਵੀ ਤੁਹਾਡਾ ਨਾਂ ਯੂਜ਼ ਕਰਦਾ ਸੀ, ਤੁਹਾਡੇ ਪਦ ਵੀ ਯੂਜ਼ ਕਰਦਾ ਸੀ। ਉਹ ਜਿੰਨੇ ਵੀ ਉਹ ਬਿਜ਼ਨਸਮੈਨ ਨੂੰ ਯੂਕਰੇਨ ਦੇ ਵਿੱਚ ਮਿਲੇ, ਚਾਹੇ ਚਾਈਨਾ ਦੇ ਵਿੱਚ ਮਿਲੇ ਜਾਂ ਹੋਰ ਕਿਸੇ ਦੇਸ਼ ਦੇ ਵਿੱਚ, ਵੀ ਮੈਂ ਵਾਈਸ ਪ੍ਰੈਜ਼ੀਡੈਂਟ ਦਾ ਪੁੱਤ ਆ, ਵੀ ਤੁਸੀਂ ਕੀ ਕਰਨਾ ਹੈ, ਮੇਰੇ ਨਾਲ ਬਿਜ਼ਨਸ ਕਰੋ। ਅਗਲਾ ਬਿਜ਼ਨਸ ਕਰ ਵੀ ਲੈਂਦਾ, ਪ੍ਰਭਾਵ ਪੈਂਦਾ ਉਹਦਾ। ਬਿਲਕੁਲ। ਤੇ ਜੋ ਬਾਈਡਨ ਨੇ ਹਮੇਸ਼ਾ ਹੀ ਇਹ ਕਿਹਾ ਵੀ ਨਹੀਂ, ਮੈਂ ਨਹੀਂ ਕਦੇ ਗੱਲ ਕੀਤੀ ਤੇ ਨਾ ਹੀ ਮੈਂ ਕਦੇ ਇੰਟਰਫੀਰੈਂਸ ਕੀਤਾ, ਇਹਦਾ ਆਪਣਾ ਬਿਜ਼ਨਸ ਆ, ਇਹ ਆਪਣੇ ਆਪ ਸੰਭਾਲਦਾ ਆ। ਹੁਣ ਜਿਹੜਾ ਹੰਟਰ ਬਾਈਡਨ ਦਾ ਮਿੱਤਰ ਹੈ ਇੱਕ ਜੀ, ਡੈਵਨ ਆਰਚਰ ਨਾਂ ਦਾ ਬੰਦਾ ਆ, ਉਹਨੂੰ ਸੱਦ ਲਿਆ ਇਹਨਾਂ ਨੇ। ਰਿਪਬਲਿਕਨ ਪਾਰਟੀ ਵਾਲੇ ਕੰਟਰੋਲ ਕਰਦੇ ਆ ਆਪਣੇ ਕਾਂਗਰਸ ਦਾ ਲੋਅਰ ਸਦਨ ਜੀ, ਉਹਨਾਂ ਨੇ ਸੱਦ ਲਿਆ। ਉਹ ਅੱਜ ਕੱਲ ਹੀਅਰਿੰਗ ਕਰਦੇ ਆ। ਉਹਨਾਂ ਨੇ ਉਸ ਬੰਦੇ ਨੂੰ ਸੱਦਿਆ ਵੀ ਤੁਸੀਂ ਨਾਲ ਹੁੰਦੇ ਸੀ, ਤੁਸੀਂ ਤਾਂ ਬਿਜ਼ਨਸ ਪਾਰਟਨਰ ਸੀ ਉਹਦੇ, ਵੀ ਕਦੇ ਹੰਟਰ ਬਾਈਡਨ ਨੇ ਆਪਣੇ ਪਿਓ ਦਾ ਨਾਂ ਲਿਆ? ਉਹ ਕਹਿੰਦਾ ਵੀ ਮੈਨੂੰ ਯਾਦ ਆ ਵੀ 20 ਤੋਂ ਉੱਤੇ ਕਾਲਾਂ ਕੀਤੀਆਂ ਜਿੱਥੇ ਅਸੀਂ ਸਪੀਕਰ ਲਾ ਦਿੰਦੇ ਆ ਫੋਨ ਤੇ ਜੀ, ਤਾਂ ਉੱਥੇ ਸਪੀਕਰ ਤੇ ਕਹਿੰਦਾ ਜੋ ਬਾਈਡਨ ਨੂੰ ਨਾਲ ਲਿਆਉਂਦਾ ਹੁੰਦਾ ਸੀ। ਮਤਲਬ ਇਹ ਨਹੀਂ ਵੀ ਨਾ ਹੀ ਲੈਂਦਾ ਸੀ। ਓਕੇ ਓਕੇ ਓਕੇ। ਉਹ ਜਿਹੜੀ ਸਪੀਕਰ ਲਾ ਕੇ ਕਹਿੰਦਾ ਸੀ ਵੀ ਉਸ ਸਪੀਕਰ ਤੇ ਫਿਰ ਜੋ ਬਾਈਡਨ ਬੋਲਦਾ ਹੁੰਦਾ ਸੀ ਵੀ ਮੈਂ ਵਾਈਸ ਪ੍ਰੈਜ਼ੀਡੈਂਟ ਬੋਲ ਰਿਹਾ। ਤੇ ਹੁਣ ਇਹ ਤੇ ਸਕੈਂਡਲ ਵੱਡਾ ਬਣਿਆ ਹੈ। ਬਿਲਕੁਲ। ਕਿ ਤੁਸੀਂ ਕਹਿ ਰਹੇ ਆ ਲਗਾਤਾਰ ਵੀ ਅਸੀਂ ਕਦੇ ਇੰਟਰਫੀਰੈਂਸ ਨਹੀਂ ਕੀਤਾ, ਦਖਲਅੰਦਾਜ਼ੀ ਨਹੀਂ ਕੀਤੀ, ਇਹਨਾਂ ਦਾ ਬਿਜ਼ਨਸ ਆ, ਪਰ ਹੁਣ ਤੁਸੀਂ ਆ ਬੰਦਾ ਤੁਹਾਡਾ ਪਾਰਟਨਰ ਕਹਿ ਰਿਹਾ ਬੇਟੇ ਦਾ ਵੀ ਤੁਸੀਂ ਉੱਥੇ ਬੋਲਦੇ ਹੁੰਦੇ ਸੀ, ਉਹ ਸੁਣਿਆ ਉਹਨੇ। ਕਹਿੰਦਾ ਵੀ ਇੱਕ ਵਾਰੀ ਨਹੀਂ ਵੀ ਮਤਲਬ 20 ਤੋਂ ਵਾਰੀ, ਮੈਨੂੰ ਕਹਿੰਦਾ ਪੂਰੇ ਡਿਟੇਲ ਨਹੀਂ, ਨੰਬਰ ਨਹੀਂ ਯਾਦ, ਪਰ 20 ਤੋਂ ਜ਼ਿਆਦਾ ਵਾਰੀ ਵੀ ਉਸ ਸਪੀਕਰ ਫੋਨ ਤੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਹੁੰਦਾ ਸੀ। ਇਹ ਤੇ ਕੀ ਮੁਕੱਦਮਾ ਚੱਲੂਗਾ? ਬਿਲਕੁਲ। ਹਾਂ, ਜੇ ਹਾਰ ਗਏ ਫਿਰ ਨਵੀਂ ਕੋਈ ਹਕੂਮਤ ਆਊਗੀ, ਉਹ ਭਾਵੇਂ ਚਲਾ ਦਊਗੀ, ਪਰ ਇਸ ਵੇਲੇ ਤਾਂ ਜਸਟਿਸ ਡਿਪਾਰਟਮੈਂਟ ਦੀ ਹਿੰਮਤ ਹੈ ਨਹੀਂ ਕਿ ਜੋ ਬਾਈਡਨ ਤੇ ਕੋਈ ਮੁਕੱਦਮਾ ਚਲਾ ਦੇ। ਬਿਲਕੁਲ ਜੀ। ਸੋ ਡਾਕਟਰ ਸਾਹਿਬ, ਇਰਾਕ ਨੇ ਸਵੀਡਨ ਦੇ ਦੂਤਾਵਾਸ ਤੇ ਹਮਲੇ ਦੀ ਤਾਂ ਨਿੰਦਾ ਕੀਤੀ ਹੈ ਜੀ, ਪਰ ਸਟਾਕਹੋਮ ਦੇ ਰਾਜਦੂਤ ਨੂੰ ਉੱਥੋਂ ਕੱਢਤਾ ਜੀ, ਇਹ ਕੀ ਕਾਰਨ? ਦੇਖੋ, ਉੱਥੇ ਇੱਕ ਤਾਂ ਦੋਹਾਂ ਜਗ੍ਹਾ ਤੇ ਸਵੀਡਨ ਤੇ ਡੈਨਮਾਰਕ ਦੇ ਵਿੱਚ ਜੀ ਕੁਰਾਨ ਬਰਨਿੰਗ ਕਈ ਵਾਰੀ ਹੋਈ ਆ। ਮਤਲਬ ਕੁਰਾਨ ਨੂੰ ਅੱਗ ਲਾਉਂਦੇ ਆ,
ਸ਼ਰਾਰਤੀ ਬੰਦੇ ਜਿਹੜੇ ਉੱਥੇ ਦੇ ਆ ਉਹਨਾਂ ਨੂੰ ਪਤਾ ਸਾਨੂੰ ਕੋਈ ਕਰ ਨਹੀਂ ਸਕਦੇ। ਹੁਣ ਪਿੱਛੇ ਜਾਏ 57 ਜਿਹੜੇ ਨੇਸ਼ਨ ਆਪਣੇ OIC ਆ, ਆਰਗੇਨਾਈਜੇਸ਼ਨ ਆਫ ਇਸਲਾਮਿਕ ਕਾਨਫਰੰਸ ਕਹਿੰਦੇ, ਉਹਦਾ ਕੰਟਰੀਜ਼ ਪਹਿਲਾਂ ਕਹਿੰਦੇ ਹੁੰਦੇ ਸੀ ਜੀ, ਤੇ ਉਹਦੇ ਨੇ ਵੀ ਮਤਾ ਪਾਇਆ ਸੀ ਵੀ ਤੁਸੀਂ ਨਿਖੇਧੀ ਕਰਦੇ ਆ। ਅਸੀਂ ਨਿਖੇਧੀ ਕਰ ਸਕਦੇ, ਹੋ ਤਾਂ ਕੁਛ ਨਹੀਂ ਕਰ ਨਹੀਂ ਸਕਦੇ। ਇਰਾਕ ਦੀ ਰਾਜਧਾਨੀ ਦੇ ਵਿੱਚ ਡੈਨਮਾਰਕ ਦੀ ਆਪਣੇ ਅੰਬੈਸੀ ਦੇ ਮੋਹਰੇ ਬਹੁਤ ਵੱਡਾ ਮੁਜ਼ਾਹਰਾ ਹੋਇਆ ਜੀ। ਹੁਣ ਤੁਸੀਂ ਉਹ ਜਿਹੜਾ ਅੰਬੈਸਡਰ ਅੰਦਰ ਬੈਠੇ ਆ, ਜਿਹੜਾ ਅਮਲਾ ਅੰਦਰ ਬੈਠਾ, ਉਹਨੂੰ ਤੁਸੀਂ ਕੁਝ ਕਰ ਨਹੀਂ ਸਕਦੇ ਜੀ। ਇਹ ਰਿਸਪੌਂਸਿਬਿਲਿਟੀ ਜਿਹੜੀ ਆ ਸਿਕਿਉਰਿਟੀ ਪ੍ਰੋਵਾਈਡ ਕਰਨ ਦੀ ਇਰਾਕ ਦੀ ਆ, ਕਿਉਂਕਿ ਜਿਹੜੀਆਂ ਵੀ ਦੇਸ਼ ਦੀਆਂ ਅੰਬੈਸੀਜ਼ ਆ ਉਹ ਇਦਾਂ ਆਪਰੇਟ ਕਰਦੀਆਂ ਜਿੱਦਾਂ ਭਾਵੇਂ ਵੈਨਕੂਵਰ ਦੇ ਵਿੱਚ ਸਾਡਾ ਕੌਂਸਲ ਜਨਰਲ ਰਹਿੰਦਾ ਹੈ, ਪਰ ਉਹ ਇਲਾਕੇ ਨੂੰ ਇਦਾਂ ਸਮਝਦੇ ਵੀ ਇਹ ਇਲਾਕਾ ਇੰਡੀਆ ਦਾ ਆ। ਉੱਥੇ ਜੇ ਕਿਸੇ ਨੇ, ਸਾਡੀ ਪੁਲਿਸ ਨੇ ਪੈਰ ਵੀ ਅੰਦਰ ਪਾਉਣਾ ਹੋਵੇ, ਬਿਨਾਂ ਪੁੱਛੇ ਤੋਂ ਅੰਦਰ ਪਾ ਦੇਣ, ਤਾਂ ਉਹ ਇਦਾਂ ਲੱਗਦਾ ਵੀ ਜਿੱਦਾਂ ਪਾਕਿਸਤਾਨ ਨੇ ਹਮਲਾ ਕਰ ਦਿੱਤਾ ਹੁੰਦਾ। ਇਹ ਬਾਰਡਰ ਆ ਤਕਰੀਬਨ ਜੀ, ਕੌਂਸਲ ਜਨਰਲ, ਹਾਈ ਕਮਿਸ਼ਨਜ਼, ਤੇ ਇਸ ਕਰਕੇ ਉਹ ਗਰੰਟੀ ਕਰਦੇ ਆ, ਜਿਹੜਾ ਹੋਮ ਕੰਟਰੀ ਹੁੰਦਾ ਹੈ ਉਹ ਹਮੇਸ਼ਾ ਗਰੰਟੀ ਕਰਦੇ ਵੀ ਤੁਹਾਡੇ ਅੰਬੈਸੀ ਦੇ ਅੰਦਰ ਕੋਈ ਨਹੀਂ ਜਾ ਸਕਦਾ। ਹਾਂ, ਜਿਹੜੇ ਬੰਦਿਆਂ ਨੂੰ ਤੁਸੀਂ ਸੱਦਣਾ ਉਹ ਜਾ ਸਕਦੇ ਆ, ਪਰ ਸਾਡਾ ਕੋਈ ਅਮਲਾ ਜਿਹੜਾ ਉਹ ਦਖਲਅੰਦਾਜ਼ੀ ਨਹੀਂ ਕਰੂਗਾ ਤੁਹਾਡੇ ਚ, ਕਰ ਨਹੀਂ ਸਕਦਾ। ਸੋ ਉਹਨਾਂ ਨੇ ਇੰਤਜ਼ਾਮ ਤਾਂ ਚੰਗਾ ਕੀਤਾ ਸੀ, ਵੈਸੇ ਪੁਲਿਸ ਫੋਰਸ ਸੀ, ਮਿਲਟਰੀ ਵੀ ਲਾਈ ਸੀ, ਪਰ ਹੁਣ ਕੀ ਕਰ ਸਕਦੇ ਆ। ਜੇ ਸਵੀਡਨ ਦੇ ਵਿੱਚ ਤਾਂ ਡੈਨਮਾਰਕ ਦੇ ਵਿੱਚ ਉਹ ਅੱਗੇ ਜਾਏ ਕੁਰਾਨ ਬਰਨਿੰਗ ਕੀਤੀ ਆ, ਉਹ ਇੱਕ ਵਾਰੀ ਫੇਰ ਕਰ ਦੇਣਗੇ, ਪਰ ਪ੍ਰੈਸ਼ਰ ਤਾਂ ਪਾਉਂਦੇ ਆ। ਜਿੱਦਾਂ ਹੁਣ 57 ਮੁਲਕ ਆ OIC ਦੇ ਜੀ ਇਸਲਾਮਿਕ, ਉਹਨਾਂ ਦੇ ਵਿੱਚੋਂ 50 ਤਾਂ ਮੈਜੋਰਟੀ ਇਸਲਾਮਿਕ ਹੀ ਆ, ਤਾਂ 7 ਦੇ ਵਿੱਚ ਵੱਡੀ ਮਤਲਬ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਰਹਿੰਦੇ ਆ। ਸਟ੍ਰੇਂਜਲੀ ਇੰਡੀਆ ਨੂੰ ਨਹੀਂ ਇਹਨਾਂ ਨੇ ਲਿਆ, ਹਾਲਾਂਕਿ ਨੰਬਰਾਂ ਦੇ ਹਿਸਾਬ ਨਾਲ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਮੁਸਲਮਾਨ ਰਹਿੰਦੇ ਆ, ਕਈਆਂ ਦੇਸ਼ਾਂ ਨਾਲੋਂ ਜ਼ਿਆਦਾ ਰਹਿੰਦੇ ਆ। ਬਿਲਕੁਲ ਜੀ, ਭਾਵੇਂ ਮਤਲਬ ਪਰਸੈਂਟੇਜ ਦੇ ਹਿਸਾਬ ਨਾਲ ਭਾਵੇਂ ਘੱਟ ਆ, ਪਰ ਵੈਸੇ ਨੰਬਰਾਂ ਦੇ ਹਿਸਾਬ ਦੇ ਨਾਲ ਤਾਂ ਉਹ ਬਹੁਤ ਦੇਸ਼ਾਂ ਤੋਂ ਜ਼ਿਆਦਾ ਵੱਡੀ ਵਸੋਂ ਹੈਗੀ ਇੱਥੇ ਜੀ। ਪਰ ਇੰਡੀਆ ਨੂੰ OIC ਦੇ ਵਿੱਚ ਨਹੀਂ ਲੈਂਦੇ ਜੀ। OIC ਮਤੇ ਪਾਸ ਕਰਦੀ ਆ, ਇਦੋਂ ਬਾਅਦ ਤਾਂ ਕੁਝ ਕਰ ਨਹੀਂ ਸਕਦੇ। ਜਾਂ ਤਾਂ ਉਹਨਾਂ ਤੇ ਸੈਂਕਸ਼ਨ ਲਾ ਦੇਣ, ਕਹਿਣ ਵੀ ਅਸੀਂ ਤੁਹਾਡੇ ਨਾਲ ਟ੍ਰੇਡ ਨਹੀਂ ਕਰਨਾ। ਇਹਨਾਂ ਨੂੰ ਜਿਹੜੇ ਮਤੇ ਤਾਂ ਪਾਸ ਕਰਦੇ ਆ ਬਈ ਇਦਾਂ ਲੱਗੇ ਵੀ ਹਾਥੀ ਦੇ ਨਾਲ ਜਿੱਦਾਂ ਦਿਖਾਉਣ ਵਾਲੇ ਆ ਨਾ, ਵੀ ਦੱਸਦੇ ਰਹਿਣ ਵੀ ਅਸੀਂ ਆਪਣੀਆਂ ਇਸਲਾਮਿਕ ਵੈਲਿਊਜ਼ ਆ, ਸਾਡੀ ਕੁਰਾਨ ਆ, ਅਸੀਂ ਧਾਰਮਿਕ ਆ, ਲੋਕਾਂ ਨੂੰ ਵੀ ਪਤਾ ਲੱਗਦਾ ਰਵੇ। ਮੁਸਲਮਾਨ ਜਿਹੜੇ ਧਰਮ ਦੇ ਵਿੱਚ ਵਿਸ਼ਵਾਸ ਕਰਦੇ ਆ ਉਹਨਾਂ ਨੂੰ ਲੱਗੇ ਵੀ ਸਾਡੀਆਂ ਸਰਕਾਰਾਂ ਕੁਝ ਕਰ ਰਹੀਆਂ ਹੈ। ਬਿਲਕੁਲ। ਤੇ ਅਸਲ ਤੌਰ ਤੇ ਇਹਨਾਂ ਦਾ ਟ੍ਰੇਡ ਵੀ ਉਦਾਂ ਹੀ ਚੱਲਦਾ ਹੈ, ਇਨਵੈਸਟਮੈਂਟ ਵੀ ਉਦਾਂ ਹੀ ਚੱਲਦੀਆਂ, ਜਿਹੜੇ ਵੀ ਡਿਪਲੋਮੈਟਿਕ ਰਿਲੇਸ਼ਨਸ ਆ ਇਹਨਾਂ ਦੇ ਵੈਸੇ ਨਾਰਮਲ ਚੱਲਦੇ ਆ ਜੀ। ਹਾਥੀ ਦੇ ਦੰਦ ਦਿਖਾਉਣ ਨੂੰ ਹੋ ਰਿਹਾ ਤੇ ਖਾਣ ਨੂੰ ਹੋ ਰਿਹਾ, ਤੇ ਕਿੱਡੇ ਕੁ ਮੁਸਲਮਾਨ ਆ ਉਹ ਲੋਕਾਂ ਨੂੰ ਪਤਾ ਲੱਗ ਜਾਂਦਾ। ਬਿਲਕੁਲ ਜੀ। ਡਾਕਟਰ ਸਾਹਿਬ, 2024 ਦੀ ਨਾਮਜ਼ਦਗੀ ਚੋਣ ਚ ਟਰੰਪ ਦੇ 3 ਜਿਹੜੇ ਵਿਰੋਧੀ ਜਿਹੜੇ ਕੰਪੀਟ ਕਰ ਰਹੇ ਉਹਨੂੰ, ਉਹ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਦੇ ਵਿੱਚ ਕਟੌਤੀ ਦੀ ਵਕਾਲਤ ਕਿਉਂ ਕਰਦੇ ਆ ਜੀ? ਉਹ ਕਰਦੇ ਆ, ਦੂਸਰੀ ਉਹਨਾਂ ਨੇ ਯੂਥ ਨੂੰ ਟਾਰਗੇਟ ਕੀਤਾ ਜੀ, ਜਿਹੜੇ ਨਾਰਮਲੀ ਵੀ ਵੈਸੇ ਰਿਪਬਲਿਕਨ ਪਾਰਟੀ ਵਾਲੇ ਅਗੇਂਸਟ ਹੁੰਦੇ ਆ ਵੀ ਸਟੇਟ ਨੂੰ ਵਿਹਲੇ ਬੰਦੇ ਬੈਠਿਆਂ ਨੂੰ ਉਹਨੂੰ ਕੁਝ ਪੈਸੇ ਐਵੇਂ ਨਹੀਂ ਦੇਈ ਜਾਣੇ ਚਾਹੀਦੇ। ਸੋਸ਼ਲ ਸਿਕਿਉਰਿਟੀ ਦਾ ਮਤਲਬ ਇਹ ਹੀ ਆ। ਤੇ ਹੁਣ ਉਹ ਕਹਿੰਦੇ ਵੀ ਯੂਥ ਜਿਹੜੇ ਖਾਸ ਨੌਜਵਾਨ ਆ ਜਿਹੜੇ ਕੰਮ ਕਰ ਸਕਦੇ ਉਹਨਾਂ ਦੀ ਅਸੀਂ ਸੋਸ਼ਲ ਸਿਕਿਉਰਿਟੀ ਕੱਟ ਕਰ ਦੇਣੀ। ਇੱਕ ਤਾਂ ਨੰਬਰ 1 ਯੂਥ ਵੋਟਰ ਜਿਹੜੇ ਆ ਉਹਨਾਂ ਨੇ ਰਿਪਬਲਿਕਨ ਪਾਰਟੀ ਨੂੰ ਵੋਟ ਨਹੀਂ ਪਾਉਣੀ ਜੀ, ਬਹੁਤਿਆਂ ਨੇ ਜੀ ਜੀ। ਜਿਹੜੇ ਵੈਲਫੇਅਰ ਤੇ ਆ ਉਹਨਾਂ ਨੇ ਤਾਂ ਬਿਲਕੁਲ ਨਹੀਂ ਪਾਉਣੀ ਨਾ, ਹਰ ਇੱਕ ਪਾਰਟੀ ਨੂੰ ਪਤਾ ਹੁੰਦਾ। ਬਿਲਕੁਲ। ਜਿੱਦਾਂ ਸਾਡੇ ਇੱਥੇ ਹਮੇਸ਼ਾ ਹੀ ਗੱਲ ਕਰਦੇ ਸਟੂਡੈਂਟ ਲੋਨਸ ਨੂੰ ਆਹ ਕਰੋ ਉਹ ਕਰੋ, ਸਟੂਡੈਂਟਸ ਨੂੰ ਗ੍ਰਾਂਟਸ ਜ਼ਿਆਦਾ ਦਿਓ। ਪਾਰਟੀਆਂ ਵਾਲੇ ਜਦੋਂ ਬੈਠਦੇ ਆ ਉਹ ਇਹ ਡਿਸਕਸ਼ਨ ਕਰਦੇ ਆ ਵੀ ਅਸੀਂ ਇਹਨਾਂ ਨੂੰ ਕਾਹਨੂੰ ਦਈਏ, ਇਹ ਵੋਟ ਤਾਂ ਪਾਉਣ ਆਉਂਦੇ ਨਹੀਂ। ਸਿੱਧੀ ਹਿਸਾਬ ਹੈ, ਜਿਹੜੇ ਵੋਟਾਂ ਨਾਲ ਇਲੈਕਟ ਹੁੰਦੇ ਆ ਉਹ ਉਹਦੀ ਸੁਣਦੇ ਆ ਜਿਹੜੇ ਵੋਟਰ ਹੈ ਤੇ ਵੋਟ ਪਾਉਂਦਾ ਹੈ, ਵੋਟਰ ਆ ਵੋਟ ਪਾਉਂਦਾ ਵੀ ਆ ਜੀ। ਜੇ ਤੁਸੀਂ ਤੁਹਾਨੂੰ ਸਰੀ ਦੇ ਵਿੱਚੋਂ ਦਿਖਾ ਦੋ ਤੁਸੀਂ ਵੀ 100% ਬੰਦਾ ਬਾਹਰ ਗਿਆ, ਦੇਖੋ ਇੱਥੇ ਸਭ ਕੁਝ ਸੁਧਰੂਗਾ।
ਜੀ। ਹੁਣ ਉਹਨਾਂ ਨੂੰ ਪਤਾ ਵੀ ਅੱਧੇ ਤਾਂ ਇਹਨਾਂ ਚੋਂ ਆਉਂਦੇ ਨਹੀਂ। ਦੱਸੋ, ਆਪਣੀ ਮਿਊਨਿਸਪੈਲਿਟੀ ਦੀ ਵੋਟ ਤੇ ਨਹੀਂ ਆਉਂਦੇ, ਨਹੀਂ ਆਉਂਦੇ। ਜਿਹਨੇ ਸਭ ਕੁਝ ਕਰਨਾ ਹੁੰਦਾ ਤੇ ਫਿਰ ਉਹ ਮਰਜ਼ੀ ਨਾਲ ਹੀ ਕਰ ਰਹੇ। ਜਿਹੜੀ ਮੇਅਰ ਕਰ ਰਹੀ ਹੈ, ਜੋ ਪ੍ਰੋਵਿੰਸ਼ੀਅਲ ਸਰਕਾਰਾਂ ਕਰਦੀਆਂ ਮਰਜ਼ੀ ਨਾਲ ਕਰਦੀਆਂ। ਤੇ ਇਹ ਰਿਪਬਲਿਕਨ ਪਾਰਟੀ ਨੇ ਟਾਰਗੇਟ ਵੀ ਉਹ ਚੰਗਾ ਚੁਣਿਆ। ਇੱਕ ਤਾਂ ਵੈਸੇ ਫਿਲਾਸੋਫਿਕਲੀ ਉਹਨਾਂ ਦੇ ਬੰਦੇ ਜਿਹੜੇ ਹਾਰਡ ਵਰਕਿੰਗ, ਉਹ ਤਾਂ ਸੋਚਦੇ ਆ ਵੀ ਚਲੋ ਕੋਈ ਬੰਦਾ ਹੈਂਡੀਕੈਪਟ ਹੋਵੇ, ਜਿਹਨੂੰ ਅਪਾਹਜ ਹੋ ਜਾਵੇ ਕੋਈ ਬੰਦਾ, ਉਹਨੂੰ ਤੁਸੀਂ ਸਟੇਟ ਨੇ ਦੇਖਭਾਲ ਕਰਨੀ ਆ, ਉਹ ਅਲੱਗ ਗੱਲ ਹੁੰਦੀ ਹੈ ਜੀ। ਪਰ ਜਿਹੜਾ ਕੋਈ ਹੱਟਾ ਕੱਟਾ ਬੰਦਾ ਹੋਵੇ, ਜਿਹੜਾ ਕੰਮ ਕਰ ਸਕਦਾ ਹੈ, ਉਹਨੂੰ ਵੈਲਫੇਅਰ ਵਾਲੀ ਚੈੱਕ ਮਿਲੀ ਜਾਣੀ ਹੈ ਜੀ। ਉਹ ਤਾਂ ਫਿਰ ਤੁਸੀਂ ਉਹਦੇ ਚ ਉਹਨੂੰ ਆਲਸੀ ਬਣਾ ਰਹੇ ਹੋ, ਨਿਕੰਮਾ ਕਰ ਰਹੇ ਹੋ, ਨਿਕੰਮਾ ਕਰ ਰਹੇ ਹੋ। ਜਿਹੜੇ ਬੰਦੇ ਨੂੰ ਵੈਸੇ ਕੁਝ ਵੀ ਮਿਲਦਾ ਆ, ਕੋਈ ਰੋਟੀ ਖਾਣ ਜੋਗੇ ਪੈਸੇ ਮਿਲ ਜਾਂਦੇ ਨਾ, ਤਾਂ ਉਹ ਬੰਦੇ ਦੀ ਕੋਈ ਪੁਸ਼ ਕਰਨ ਦੀ ਤਾਕਤ ਹੀ ਨਹੀਂ ਰਹਿੰਦੀ। ਬਿਲਕੁਲ, ਮਨ ਦੇ ਵਿੱਚੋਂ ਨਿਕਲ ਜਾਂਦੀ ਆ। ਬਿਲਕੁਲ, ਕਿ ਅਸੀਂ ਵੀ ਕੁਝ ਕਰੀਏ। ਡਾਕਟਰ ਸਾਹਿਬ, ਇਹਦੇ ਨਾਲ ਬਾਈਡਨ ਨੂੰ ਫਾਇਦਾ ਨਾ ਹੋਊ ਅੱਜ ਬਾਈਡਨ ਤੋਂ, ਕਿਉਂਕਿ ਨੌਜਵਾਨ ਹੁਣ ਨਿਰਾਸ਼ ਚੱਲ ਰਹੇ ਸੀਗੇ ਉਹਦੇ ਤੋਂ, ਤੇ ਜੇ ਇਹ ਇਸ ਤਰ੍ਹਾਂ ਦੇ ਫੈਸਲੇ ਲੈਣ ਦੀ ਗੱਲ ਕਰਦੇ ਆ ਤੇ ਨੈਚੁਰਲੀ ਉਹਨਾਂ ਦਾ ਝੁਕਾਅ ਫਿਰ ਉੱਥੇ ਟਿਕੇ ਰਹਿਣਗੇ ਵੀ ਚਲੋ ਯਾਰ ਇਹਦੇ ਨਾਲ ਤਾਂ ਬਾਈਡਨ ਚੰਗਾ ਹੈ। ਦੇਖੋ, ਜਿਹੜੇ ਵੈਲਫੇਅਰ ਵਾਲੇ ਆ, ਨਾਰਮਲੀ ਜਿਹੜੇ ਵੈਲਫੇਅਰ ਲੈਂਦੇ ਨਾ ਜੀ, ਉਹਨਾਂ ਦੀ VOTING ਪਰਸੈਂਟੇਜ ਬਹੁਤ ਘੱਟ ਆ ਜੀ। ਜਿੱਦਾਂ ਉਹ ਬਹੁਤਿਆਂ ਨੂੰ ਤਾਂ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਲੈਕਸ਼ਨ ਆ ਗਈ ਕਿ ਨਹੀਂ ਜੀ। ਹਾਂ, ਇਹ ਜਿਹੜੇ ਕਿਆਸ ਰਾਈ ਲਾਉਂਦੇ ਆ ਵੀ ਇਹਨਾਂ ਦੇ ਵਿੱਚੋਂ ਕੁਝ ਬੰਦੇ ਸ਼ਾਇਦ ਜੋ ਬਾਈਡਨ ਨੂੰ ਵੋਟ ਪਾਉਣ ਵੀ ਕਮ ਸੇ ਕਮ ਸਾਡੀਆਂ ਸਿਕਿਉਰਿਟੀ ਚੈੱਕਸ ਤਾਂ ਆਉਂਦੀਆਂ ਰਹਿਣਗੀਆਂ। ਲੱਗਦਾ ਨਹੀਂ, ਕਿਉਂਕਿ ਜਿਹੜੇ ਬੰਦੇ ਇੰਨੇ ਆਲਸੀ ਹੋਏ ਆ ਨਾ, ਪਹਿਲਾਂ ਤਾਂ ਉਹਨਾਂ ਨੂੰ ਤੁਹਾਨੂੰ ਰਜਿਸਟਰ ਕਰਨੀ ਪੈਂਦੀ ਹੈ ਵੋਟ ਜੀ, ਫਿਰ ਜਾ ਕੇ ਪਾ ਕੇ ਆਉਂਗੇ। ਤੇ ਇਹਨਾਂ ਦੇ ਵਿੱਚ ਇੰਨੀ ਹਿੰਮਤ ਹੈ ਨਹੀਂ ਵੀ ਜਾ ਕੇ ਪਹਿਲਾਂ ਰਜਿਸਟਰ ਕਰਨ ਤਾਂ ਫਿਰ ਉਹਨੂੰ ਵੋਟ ਪਾ ਕੇ ਆਉਣ। ਇੱਕ ਤੇ ਪਿਆ ਬੇਰ ਜਿਹੜਾ ਉਹ ਚੱਕ ਕੇ ਮੂੰਹ 'ਚ ਨਹੀਂ ਪੈ ਸਕਦਾ। ਨਹੀਂ, ਉਹ ਕੋਈ ਹੋਰ ਪਾ ਕੇ ਜਾਵੇ ਤਾਂ ਚੰਗੀ ਗੱਲ ਹੈ। ਹਾਂ, ਕੋਈ ਅਗਲਾ ਆ ਕੇ ਉਹ ਜਿਹੜੇ ਗੁੱਟੀ ਵੀ ਬਾਹਰ ਕੱਢੇ ਉਹਦੇ ਜੀ, ਬੇਰ ਖਾ ਲੈਣਾ ਉਹਨਾਂ ਨੇ, ਬਾਕੀ ਦਾ ਛੱਡ ਦੇਣਾ ਜੀ। ਸੋ ਟਾਰਗੇਟ ਕਰਨ ਲਈ ਉਹਨਾਂ ਨੂੰ ਜ਼ਿਆਦਾ ਵੋਟਾਂ ਮਿਲਣੀਆਂ ਸਕਦੀਆਂ ਜੀ ਜੀ। ਜੇ ਤੁਸੀਂ ਟਾਰਗੇਟ ਕਰਦੇ ਆ, ਲੋਕਾਂ ਨੂੰ ਦੱਸਦੇ ਆ ਨਾ ਜਿਹੜੇ ਕੰਮ ਕਰਨ ਵਾਲੇ ਆ ਜੀ, ਵੀ ਅਸੀਂ ਬਿਨਾਂ ਕੰਮ ਕਰਨ ਵਾਲੇ ਨੂੰ ਸੋਸ਼ਲ ਸਿਕਿਉਰਿਟੀ ਨਹੀਂ ਦੇਣੀ। ਐਕਚੁਅਲੀ ਖੱਬੇ ਪੱਖੀ ਇੱਥੇ ਪਤਾ ਨਹੀਂ ਕਿਉਂ ਆਪਣੇ ਆਪ ਨੂੰ ਸਮਝਦੇ ਆ ਵੀ ਇਹ ਗੱਲ ਠੀਕ ਹੈ, ਜਿੱਦਾਂ NDP ਵਾਲੇ ਹੱਕ ਦੇ ਵਿੱਚ ਹੁੰਦੇ ਇਹਦੇ। ਸੋਵੀਅਤ ਯੂਨੀਅਨ ਦੇ ਕਨਸਟੀਟਿਊਸ਼ਨ 'ਚ ਲਿਖਿਆ ਹੁੰਦਾ ਸੀ ਵੀ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹ ਰੋਟੀ ਵੀ ਨਹੀਂ ਖਾਊਗਾ ਜੀ। ਇਹ ਮਤਲਬ ਉਦੋਂ ਖੱਬੇ ਪੱਖੀ ਤਾਂ ਹੋ ਨਹੀਂ ਸਕਦੇ ਨਾ। ਹੀ ਹੂ ਡਜ਼ਨਟ ਵਰਕ ਨਾਈਦਰ ਸ਼ੈਲ ਈਟ ਜੀ। ਸੋ ਡਾਕਟਰ ਸਾਹਿਬ, ਬਾਈਡਨ ਪ੍ਰਸ਼ਾਸਨ ਨੂੰ ਇੱਕ ਭਰਮ ਸੀਗਾ ਕਿ ਚੀਨ ਨੂੰ ਕਾਬੂ ਕਰਨ ਦੇ ਲਈ ਸ਼ਾਇਦ ਸਾਰੀ ਦੁਨੀਆ ਸਾਡੇ ਮਗਰ ਲੱਗ ਜੂਗੀ, ਉਹ ਭਰਮ ਟੁੱਟ ਗਿਆ ਲੱਗਦਾ ਜੀ। ਦੇਖੋ, ਚੀਨ ਨੇ ਜਿਹੜੀ ਡਿਪਲੋਮੈਟਿਕ ਇਨੀਸ਼ੀਏਟਿਵ ਸ਼ੁਰੂ ਕੀਤੇ ਆ ਜੀ, ਇੱਕ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਕੋਲ ਪੈਸਾ ਇੰਨਾ ਆ ਜੀ, ਜਿਹੜਾ ਕਿ US ਦੇ ਕੋਲ ਉਹ ਦਿਨ ਹੈ ਨਹੀਂਗੇ। ਜਦੋਂ 50s ਦੇ ਵਿੱਚ ਇਹਨਾਂ ਦੇ ਕੋਲ ਉਦਾਂ ਦੇ ਦਿਨ ਹੁੰਦੇ ਸੀ। ਹੁਣ ਇਹਨਾਂ ਤੋਂ ਪੈਸਾ ਆਪਣੇ ਹੀ ਜਿਹੜੇ ਬਜਟ ਤੇ ਲਾਉਣ ਦਾ ਉਹ ਉਧਾਰਾ ਲੈ ਰਹੇ, ਜਿਹਦੇ ਵਿੱਚ ਚੀਨ ਦਾ ਵੀ ਹਿੱਸਾ ਹੈ ਜੀ। ਜਿਹੜਾ ਜਦੋਂ ਗਵਰਨਮੈਂਟ ਉਧਾਰਾ ਪੈਸਾ ਲੈਂਦੀਆਂ ਤੇ ਫਿਰ ਉਹ ਬੈਂਕਾਂ ਦੇ ਵਿੱਚੋਂ ਸਰਕਾਰ ਇੱਕ ਟ੍ਰੈਜਰੀ ਬਿਲਸ ਬਣਾਉਂਦੀਆਂ ਤਾਂ ਕਿ ਟ੍ਰੈਜਰੀ ਬਿਲਸ ਵੇਚੇ ਜਾਣ ਤਾਂ ਉਹ ਤੇ ਕਰਜ਼ਾ ਲਿਆ ਪੈਸਾ ਮੋੜੇ ਜਾਵੇ। ਤਾਂ ਉਹ ਵੀ ਚੀਨ ਦੇ ਕੋਲ ਟ੍ਰੈਜਰੀ ਬਿਲਸ ਜ਼ਿਆਦਾ ਇਹਨਾਂ ਦੇ। ਸੋ ਚੀਨ ਦੇ ਕੋਲ ਪੈਸਾ ਬਹੁਤ ਆ ਜੀ, ਨੰਬਰ 1। ਜੇ ਉਹ ਕਿਸੇ ਨੂੰ ਏਡ ਦੇਣੀ ਹੋਵੇ, ਕਿਸੇ ਤੇ ਇਨਵੈਸਟ ਕਰਨੀ ਹੋਵੇ, ਨੰਬਰ 1 ਦੁਨੀਆ ਤੇ। ਅਫਰੀਕਾ ਦੇ ਵਿੱਚ ਜਾ ਕੇ ਦੇਖ ਲਓ, ਹੁਣ ਲੈਟਿਨ ਅਮਰੀਕਾ ਦੇ ਵਿੱਚ ਇਦਾਂ ਤੁਰੇ ਫਿਰਦੇ ਆ। ਏਸ਼ੀਆ ਦੇ ਵਿੱਚ ਅੱਜ ਹੀ ਸਵੇਰੇ ਸ਼ੀ ਦੀ ਸਟੇਟਮੈਂਟ ਸੀ ਪਾਕਿਸਤਾਨ ਬਾਰੇ। ਉਹ ਕਹਿੰਦਾ ਕਿ ਪਾਕਿਸਤਾਨ ਦੇ ਵਿੱਚ ਜੋ ਮਰਜ਼ੀ ਵੀ ਹੁੰਦਾ ਰਹੇ, ਪਰ ਸਾਡੀ ਦੋਸਤੀ ਉਹਨਾਂ ਦੇ ਨਾਲ ਹਮੇਸ਼ਾ ਰਹੂਗੀ। ਮਤਲਬ ਉਹਨੂੰ ਪਤਾ ਆ ਵੀ ਭਾਰਤ ਵਾਲੇ ਅਮਰੀਕਾ ਦੇ ਨਾਲ ਆ, ਕੁਆਡ ਦੇ ਨਾਲ ਆ, ਤੇ ਪਾਕਿਸਤਾਨ ਵਾਲੇ ਸਾਡੇ ਨਾਲ ਬਣੇ ਰਹਿਣਗੇ। ਤੇ ਉਹਨਾਂ ਨੇ ਇੱਕ ਪੈਸੇ ਦੇ ਜ਼ੋਰ ਨਾਲ ਇਹ ਕੰਮ ਕੀਤਾ ਹੈ ਜੀ। ਫਿਰ ਮੈਨੂਫੈਕਚਰਿੰਗ ਦੇ ਵਿੱਚ ਉਹਨਾਂ ਨੇ ਕਾਫੀ ਵੱਡੀਆਂ ਕਹਿੰਦੇ ਹੁੰਦੇ ਆ ਅਚੀਵਮੈਂਟਸ ਕੀਤੀਆਂ। ਤੇ
ਉਹਦੇ ਫਿਰ ਉਹ ਏਡਸ ਜਿਹੜੀ ਦਿੰਦੇ ਆ ਕਈ ਮੁਲਕਾਂ ਨੂੰ, ਉਹ ਬਿਲਕੁਲ ਏਡ ਦਿੰਦੇ ਆ ਐਕਚੁਅਲੀ। ਉਹ ਕੋਈ ਇਸ ਵੇਲੇ ਸ਼ਰਤਾਂ ਨਹੀਂ ਲਾਉਂਦੇ, ਨਾ ਉਹ ਧਮਕੀ ਦਿੰਦੇ ਵੀ ਅਸੀਂ ਇੰਟਰਫੀਅਰ ਕਰਾਂਗੇ। ਅਮਰੀਕਨਜ਼ ਦੀ ਤਾਂ ਯੂਰਪੀਅਨਜ਼ ਦੀ ਆਦਤ ਹੁੰਦੀ ਸੀ ਬਈ ਜਿੰਨੀ ਏਡ ਦੇਣੀ ਆ, ਨੰਬਰ 1 ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਏਡ ਦੇਣੀ ਆ ਤਾਂ ਇੰਨਾ ਸਾਡਾ ਸਮਾਨ ਆਹ ਖਰੀਦੋਗੇ ਤੇ ਆਹ ਫੋਰਨ ਪਾਲਿਸੀ ਇੱਥੋਂ ਬਦਲੋਗੇ, ਆਪਣੇ ਗਵਾਂਢੀ ਨਾਲ ਆਹ ਕਰੋਗੇ, ਉਹ ਨਾ ਉਹ ਕਰੋਗੇ। ਮਤਲਬ ਸ਼ਰਤਾਂ ਬਹੁਤ ਜ਼ਿਆਦਾ ਸੀ। GDP 2 ਤੇ ਲੈ ਕੇ ਜਾਓਗੇ, ਮਤਲਬ ਉਹ ਲੰਬੀਆਂ ਸ਼ਰਤਾਂ ਵਾਲੀ ਜਿਹੜੀ ਹੈ ਨਾ, ਉਹ ਡਿਪਲੋਮੇਸੀ ਛੱਡੀ ਆ ਚੀਨ ਨੇ। ਤੁਸੀਂ ਇਮੇਜਿਨ ਨਹੀਂ ਕਰ ਸਕਦੇ ਕਿਸੇ ਜ਼ਮਾਨੇ ਦੇ ਵਿੱਚ ਸਾਊਦੀ ਅਰੇਬੀਆ ਤੇ ਇਰਾਨ ਵਾਲੇ ਤਕਰੀਬਨ ਇੱਕ ਲੜਾਈ ਕਰਨ ਜੋਗੀ ਸੀ, ਕਰਨ ਵਾਲੇ ਸੀ। ਇੱਕ ਦੂਜੇ ਦੇ ਅਲਾਇੰਸਸ ਦੇ ਵਿੱਚ ਇਰਾਕ ਤੇ ਜ਼ੋਰ ਹੁੰਦਾ ਸੀ ਹੁਣ ਇਰਾਨ ਵਾਲਿਆਂ ਦਾ, ਕਿਉਂਕਿ ਮੁੜ ਕੇ ਪਹਿਲਾਂ ਸਦਾਮ ਹੁਸੈਨ ਵਾਰੀ ਤਾਂ ਉਦੋਂ ਤਾਂ ਉਹ ਇਰਾਨ ਦੇ ਖਿਲਾਫ ਹੁੰਦਾ ਸੀ, ਪਰ ਉਹਦੇ ਤੋਂ ਜਾਣ ਤੋਂ ਬਾਅਦ ਹੁਣ ਸ਼ੀਆ ਪਾਵਰ ਉੱਥੇ ਬਣ ਗਈ ਆ। ਉਹਨਾਂ ਦਾ ਸਬੰਧ ਚੰਗੇ ਆ ਸੀਰੀਆ ਦੇ ਨਾਲ। ਸੀਰੀਆ ਦੇ ਵਿੱਚ ਵੀ ਜਿਹੜਾ ਸ਼ੀਆ ਦਾ ਫੈਕਸ਼ਨ ਹੈ ਉਹ ਜ਼ਿਆਦਾ ਤਕੜਾ ਹੈ। ਉਹਨਾਂ ਦਾ ਜ਼ੋਰ ਹੈਗਾ ਲੈਬਨਾਨ ਤੇ ਵੀ ਉਹਨਾਂ ਭਾਵੇਂ ਉਹ ਸਿੱਧਾ ਨਹੀਂ ਕੰਟਰੋਲ ਕਰਦੇ, ਪਰ ਸਿੱਧੇ ਤੌਰ ਤੇ ਸੀਰੀਆ ਕੰਟਰੋਲ ਕਰਦਾ। ਸੋ ਇਹਨਾਂ ਪਾਵਰਜ਼ ਨੂੰ ਜਿਹੜੀਆਂ ਇਰਾਕ ਹੋਈ, ਸੀਰੀਆ ਹੋਈ, ਲੈਬਨਾਨ ਹੋਈ, ਇਹਨਾਂ ਨੂੰ ਕਰਦਾ ਸੀ ਇਰਾਨ ਪੂਰਾ ਸਪੋਰਟ। ਤੇ ਫਿਰ ਜਿਹੜੇ ਜਿੰਨੇ ਸ਼ੀਆ ਜਿਨ੍ਹਾਂ ਦੀ ਸ਼ੀਆ ਵਸੋਂ ਵਾਲੇ ਦੇਸ਼ ਸੀਗੇ, ਚਾਹੇ ਉਹ 10% ਹੋਵੇ ਚਾਹੇ 15% ਸ਼ੀਆ ਹੋਣ ਜੀ, ਤੇ ਇਰਾਨ ਵਾਲੇ ਕੋਸ਼ਿਸ਼ ਕਰਦੇ ਸੀ ਵੀ ਉਹਨਾਂ ਦੇ ਵਿੱਚੋਂ ਕੋਈ ਗਰੁੱਪਸ ਨੂੰ, ਜਿਹੜੇ ਖਾਸ ਤੌਰ ਤੇ ਆਤੰਕਵਾਦੀ ਗਰੁੱਪ ਆ, ਉਹਨਾਂ ਨੂੰ ਏਡ ਦੇਣੀ ਆ ਜੀ। ਇਦਾਂ ਹੀ ਸਾਊਦੀ ਅਰੇਬੀਆ ਵਾਲੇ ਕਰਦੇ ਸੀ। ਸਾਊਦੀ ਅਰੇਬੀਆ ਵਾਲੇ ਸੁੰਨੀ ਪਾਵਰ ਦੇ ਪਿੱਛੇ ਸੀ, ਤੇ ਜਿਹੜੇ ਸੁੰਨੀ ਗਰੁੱਪਸ ਆ ਉਹਨਾਂ ਨੂੰ ਏਡ ਦਿਓ, ਉਹਨਾਂ ਦੀ ਮਦਦ ਕਰੋ, ਤੇ ਫਿਰ ਉਹਨਾਂ ਨੂੰ ਇਰਾਨ ਦੇ ਖਿਲਾਫ ਲੜਾਓ। ਦੋਹਾਂ ਦੀ ਇੰਨੀ ਜ਼ਬਰਦਸਤ ਲੜਾਈ ਲੱਗੀ ਸੀ। ਚੀਨ ਵਾਲੇ ਆਏ ਆ, ਉਹਨਾਂ ਨੇ ਦੋਹਾਂ ਦਾ ਸਮਝੌਤਾ ਕਰਾਤਾ। ਇਹ ਬਹੁਤ ਵੱਡੀ ਇੱਕ ਡਿਪਲੋਮੈਟਿਕ ਸਕਸੈਸ ਸਟੋਰੀ ਹੈ। ਫਿਰ ਨਾਲ ਹੀ ਉਹਨਾਂ ਦੇ ਜਿਹੜਾ ਸੈਂਟਰਲ ਏਸ਼ੀਆ ਲੱਗਾ ਹੈ, ਕਾਜ਼ਖਸਤਾਨ ਹੋਇਆ, ਕਾਜ਼ਖਸਤਾਨ, ਤਾਜਿਕਸਤਾਨ, ਕਿਰਗਿਸਤਾਨ, ਇਹ ਸਾਰੇ ਸਥਾਨ ਜਿਹੜੇ ਹੈ ਨਾਲ ਉਹ ਸਾਰੇ ਹੁਣ ਚੀਨ ਤੇ ਡਿਪੈਂਡੈਂਟ ਹੈ, ਕਿਉਂਕਿ ਉਹਨਾਂ ਦੇ ਕੋਲ ਆਇਲ ਤੇ ਗੈਸ ਬਹੁਤ ਹੈ, ਤੇ ਥੱਲਿਓਂ ਕੱਢਣਾ ਔਖਾ ਹੈ। ਪਹਿਲਾਂ ਕਹਿੰਦੇ ਹੁੰਦੇ ਸੀ ਪਾਈਪਲਾਈਨ ਲੈ ਕੇ ਜਾਂਦੇ ਅਸੀਂ ਅਫਗਾਨਿਸਤਾਨ ਥਾਣੀ ਤੇ ਪਾਕਿਸਤਾਨ ਰਾਹੀਂ। ਬਹੁਤ ਦੇਰ ਅਫਗਾਨਿਸਤਾਨ ਵਾਲੀ ਪ੍ਰੋਬਲਮ ਬਣੀ ਰਹੀ ਹੈ, ਉਹਨਾਂ ਨੇ ਕਦੇ ਸਮਝੌਤਾ ਹੋਣ ਹੀ ਨਹੀਂ ਦਿੱਤਾ, ਤੇ ਕੋਈ ਵੀ ਕੰਪਨੀ ਇਦਾਂ ਪਾਈਪਲਾਈਨ ਉਹਨਾਂ ਦੇ ਥਰੂ ਨਾ ਲੈ ਕੇ ਨਹੀਂ ਜਾਊਗੀ, ਕਿਉਂਕਿ ਉਹ ਡੇਂਜਰਸ ਆ, ਪਤਾ ਨਹੀਂ ਕੀ ਹੋਣਾ ਕੀ ਨਹੀਂ। ਸੋ ਦੂਜਾ ਤਰੀਕਾ ਸੀ ਉਹਨਾਂ ਨੂੰ ਰਸ਼ੀਆ ਨੂੰ ਵੇਚ ਦਿਓ। ਰਸ਼ੀਆ ਵਾਲਿਆਂ ਦੇ ਕੋਲ ਆਪਣੇ ਆਇਲ ਤੇ ਗੈਸ ਬਹੁਤ ਆ, ਤੇ ਚੀਨ ਨੂੰ ਮੌਜ ਲੱਗ ਗਈ। ਐਕਚੁਅਲੀ ਜਿਹੜਾ ਆਇਲ ਤੇ ਗੈਸ ਹੁਣ ਸੈਂਟਰਲ ਏਸ਼ੀਆ ਦਾ, ਉਹ ਸਾਰਾ ਚੀਨ ਨੂੰ ਜਾਂਦਾ, ਤੇ ਚੀਨ ਤੋਂ ਗਾਹਾਂ ਅੱਗੇ ਬੰਦਰਗਾਹਾਂ ਤੇ ਦੂਸਰੀ ਜਗ੍ਹਾ ਤੇ ਭੇਜਦੇ ਹੋ। ਸੋ ਉਹ ਜਿਹੜਾ ਸਾਰੇ ਹੀ ਮੁਲਕ ਆ, ਵੱਡੇ ਵੱਡੇ ਮੁਲਕ ਆ, ਉਹ ਬਹੁਤ ਵੱਡੀ ਰਤਬਾ ਕੀ ਕਹਿੰਦੇ, ਰੁਤਬਾ ਨਹੀਂ, ਜਿਓਗ੍ਰਾਫੀ, ਭੂਗੋਲਕ ਜਿਹੜੀ ਉਹਨਾਂ ਦਾ ਭੂਗੋਲਕ, ਹਾਂ ਜਿਓਗ੍ਰਾਫੀ, ਮਤਲਬ ਉਹਨਾਂ ਦਾ ਬਹੁਤ ਜ਼ਿਆਦਾ ਰਕਬਾ ਜਿਹੜਾ ਹਾਂ, ਕਾਜ਼ਖਸਤਾਨ ਬਹੁਤ ਵੱਡਾ ਦੇਸ਼ ਆ, ਤੇ ਇਹ ਸਾਰਾ ਉਹਦੇ ਨਾਲ ਡਿਪੈਂਡੈਂਟ ਹੋ ਗਿਆ। ਤੇ ਫਿਰ ਜਿੰਨੇ ਮੁਲਕਾਂ ਤੇ ਜਾਪਾਨ ਨੇ ਕਿਸੇ ਜ਼ਮਾਨੇ 'ਚ ਹਮਲਾ ਕੀਤਾ ਸੀ, ਜਾਪਾਨੀਆਂ ਨੇ ਬਹੁਤ ਹਮਲੇ ਕੀਤੇ ਵਰਲਡ ਵਾਰ 2 ਦੇ ਵਿੱਚ, ਉਹ ਸਾਰੇ ਚੀਨ ਦੇ ਨਾਲ ਲੜੇ ਹੋਏ, ਕਿਉਂਕਿ ਇੱਕ ਹੀ ਤਾਕਤ ਹੈ ਜਿਹੜੀ ਜਾਪਾਨ ਨੂੰ ਮੁੱਕਾ ਦਿਖਾ ਸਕਦੀ, ਚੈਲੰਜ ਕਰ ਸਕਦੀ ਹੈ, ਉਹ ਹੈਗੀ ਹੈ ਚੀਨ ਵਾਲੇ। ਤੇ ਅਫਰੀਕਾ ਵਾਲੇ ਤੋਂ ਦੇਖ ਲਓ, ਉਹਨਾਂ ਦਾ ਟ੍ਰੇਡ ਵੀ, ਇਨਵੈਸਟਮੈਂਟਸ ਵੀ, ਉਹ ਸਾਰੇ ਚੀਨ ਦੇ ਨਾਲ ਹੈ। ਤੇ ਉਦੋਂ ਬਾਅਦ ਹੁਣ ਇਹਨਾਂ ਨੂੰ ਯਾਦ ਆਇਆ ਵੀ ਜਿੱਦਾਂ ਆਈਸੋਲੇਟ ਕਰਦੇ ਸੀ, ਜਿੱਦਾਂ ਅਸੀਂ ਪੰਗਾ ਲੈਣ ਲੱਗੇ ਸੀ ਵੀ ਚੀਨ ਨਾਲ ਅਸੀਂ ਆਹ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਏਦਾਂ ਹੋਣੀ ਨਹੀਂ। ਕਨਵੈਨਸ਼ਨਲ ਵਾਰਫੇਅਰ ਦੇ ਵਿੱਚ ਚੀਨ ਨੂੰ ਤੁਸੀਂ ਹਰਾ ਨਹੀਂ ਸਕਦੇ, ਐਟਮੀ ਹਥਿਆਰ ਤੁਸੀਂ ਵਰਤ ਨਹੀਂ ਸਕਦੇ। ਅੱਛਾ, ਫਿਰ ਸੋਲੂਸ਼ਨ ਤਾਂ ਇਹ ਹੀ ਆ ਵੀ ਉਹਨਾਂ ਨਾਲ ਹੱਥ ਮਿਲਾਓ। ਹੁਣ
ਜਦੋਂ ਅਸੀਂ ਪਿੱਛੇ ਵੀ ਗੱਲ ਕੀਤੀ ਸੀ, ਕੈਸੰਜਰ ਹੁਣੀ ਗਏ ਜਦੋਂ ਉੱਥੇ ਪੁਰਾਣੇ ਇਹਨਾਂ ਦੇ ਫੋਰਨ ਮਿਨਿਸਟਰ ਹੁੰਦੇ ਹਾਂਜੀ ਸੀ, ਹਾਂਜੀ ਹਾਂਜੀ ਤੇ ਉੱਪਰੋਂ ਤਾਂ ਇਹ ਕਹਿੰਦੇ ਜੀ ਕੈਸੰਜਰ ਆਪਣੇ ਆਪ ਹੀ ਚਲਾ ਗਿਆ ਸੀ ਉੱਥੇ ਜੀ, ਆਹ ਹੋ ਗਈ, ਪਰ ਅੰਦਰੋਂ ਸਾਰੇ ਲੋਕੀ ਜਾਣਦੇ ਆ ਵੀ ਇਹ ਵਾਈਟ ਹਾਊਸ ਨੇ ਆਪਣੀ ਪਲੈਨਿੰਗ ਕਰਕੇ ਭੇਜਿਆ ਵੀ ਤੂੰ ਜਾ ਕੇ ਪੁਰਾਣੀਆਂ ਪਾਣੀ ਸੜਕ ਉੱਤੇ ਪੁਰਾਣੀਆਂ ਗੱਲਾਂ ਕਰਨ, ਸਾਡੇ ਸੰਬੰਧ ਇਹਨਾਂ ਨਾਲ ਚੰਗੇ ਹੁੰਦੇ ਸੀ, ਵੀ ਐਡੀ ਵੱਡੀ ਗੱਲ ਨਹੀਂ ਹੈ ਵੀ ਜਿੱਦਾਂ ਅਸੀਂ ਪਹਿਲਾਂ ਲੱਗੇ ਸੀ। ਅੱਜ ਤੋਂ ਸਾਲ ਕੁ ਪਹਿਲਾਂ ਤਾਂ ਇਦਾਂ ਲੱਗਦਾ ਸੀ ਵੀ ਲੜਾਈ ਹੋ ਜਾਣੀ ਹੈ, ਪਰ ਹੁਣ ਉਹ ਹਾਲਾਤ ਜਿਹੜੇ ਆ ਉਹ ਬਦਲ ਗਏ। ਇੰਨਾ ਕੁ ਪਤਾ ਲੱਗ ਗਿਆ ਵੀ ਲੜਾਈ ਅਸੀਂ ਕਰਨ ਜੋਗੇ ਨਹੀਂ ਤੇ ਨਾ ਜਿੱਤਣ ਜੋਗੇ ਆ, ਤੇ ਨਾ ਹੀ ਅਸੀਂ ਡਿਪਲੋਮੈਟਿਕ ਤਰੀਕੇ ਨਾਲ ਇਹਨਾਂ ਨੂੰ ਹਰਾਉਣ ਵਾਲੇ। ਲੋਕ ਕੰਟਰੀਜ਼ ਜ਼ਿਆਦਾ ਇਹਨਾਂ ਦੇ ਨਾਲ ਆ ਜੀ। ਤੇ ਚਲੋ ਅੱਜ ਸਾਡਾ ਸਮਾਂ ਹੋ ਗਿਆ ਅੱਜ ਦੇ ਵਿਚਾਰ ਦਾ। ਬਿਲਕੁਲ ਜੀ ਡਾਕਟਰ ਸਾਹਿਬ ਅੱਜ ਦਾ ਵਿਚਾਰ ਹੈ ਜੀ, ਸਿਰ ਤੇ ਪੰਡ ਉਮੀਦਾਂ ਵਾਲੀ ਰਾਹਾਂ ਦੇ ਵਿੱਚ ਖੜੇ, ਰਾਤ ਹਨੇਰੀ ਡੂੰਘੇ ਪੈਂਡੇ, ਉਮਰਾਂ ਦੁੱਖ ਉਮਰਾਂ ਦੇ ਵੱਡੇ, ਨਾ ਕੋਈ ਹੱਸੇ ਨਾ ਕੋਈ ਰੋਵੇ ਨਾ ਕੋਈ ਉੱਚਾ ਬੋਲੇ, ਨਾ ਕੋਈ ਹੱਸੇ ਨਾ ਕੋਈ ਰੋਵੇ ਨਾ ਕੋਈ ਉੱਚਾ ਬੋਲੇ, ਇੰਜ ਲੱਗਦਾ ਜੋ ਚਾਰ ਚਫੇਰੇ ਸੱਪਾਂ ਦੇ ਮੂੰਹ ਅੱਡੇ। ਸੋ ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ। ਮੈਨੂੰ ਬਲਦੇਵ ਸਿੰਘ ਭਾਮ ਨੂੰ ਵੀ ਦਿਓ ਇਜਾਜ਼ਤ। ਕੱਲ ਨੂੰ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਵਿੱਚ ਕੋਈ ਹੋਰ ਵਿਸ਼ੇ ਲੈ ਕੇ, ਕੋਈ ਹੋਰ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ, ਵਿਚਾਰ ਚਰਚਾ ਕਰਾਂਗੇ, ਉਹਦੀ ਵਿਸਥਾਰ ਡਾਕਟਰ ਸ਼ਿੰਦਰ ਪੁਰੇਵਾਲ ਜੀ ਤੋਂ ਲਵਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ। ਜਿਉਂਦੇ ਵਾਸਤੇ ਰਹੋ।